Mr. Harjinder Tanoa, welcome to the channel. ਸਭ ਤੋਂ ਪਹਿਲਾਂ ਜਿੰਨੇ ਵੀ ਇਸ ਚੈਨਲ ਦੇ ਥਰੂ ਮੀਡੀਆ ਦੇ ਥਰੂ ਮੈਨੂੰ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਮੇਰੀ ਆਵਾਜ਼ ਨੂੰ ਸੁਣਿਆ ਤੇ ਮੈਂ ਕੀ ਦੱਸਣ ਜਾ ਰਿਹਾ ਉਹਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਸਾਰੇ ਦਾ ਸਾਰਾ ਇਸ ਜਿੰਨੇ ਵੀ ਮਿੰਟਾਂ ਦੀ ਹੈਗੀ ਆ ਤਾਂ ਕਿ ਸੱਚ ਦਾ ਸੱਚ ਸਾਹਮਣੇ ਆਵੇ ਤੇ ਝੂਠ ਨਾ ਸਾਹਮਣੇ ਆਵੇ। ਸੱਚ ਨੂੰ ਆਪਾਂ ਸਾਹਮਣੇ ਲਿਆਉਣ ਲਈ ਆਪਣਾ ਇਸ ਸ਼ੋਅ ਦੇ ਵਿੱਚ ਆਏ ਹਾਂ। So Mr. Harjinder Tanoa, please tell us about yourself. ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਸੰਗਤਾਂ ਨੂੰ ਕਿ ਬਹੁਤ ਸਾਰੀਆਂ ਸੰਗਤਾਂ ਮੈਨੂੰ ਜਾਣਦੀਆਂ ਹੈ ਸਪੋਰਟਸ ਦੇ ਥਰੂ ਹੋਰ ਸੋਸ਼ਲ ਵਰਕ ਦੇ ਥਰੂ, ਪਰ ਫਿਰ ਵੀ ਆਪਾਂ ਆਪਣੀ ਮੈਮਰੀ ਰੀਫਰੈਸ਼ ਕਰਦੇ ਹਾਂ। ਮੈਂ ਇੰਗਲੈਂਡ ਦੇ ਵਿੱਚ 13 ਸਾਲ ਦਾ ਆਇਆ ਹੋਇਆ। 17 ਸਾਲ ਦਾ ਮੈਂ ਕੰਮ 'ਤੇ ਲੱਗਾ ਸੀ ਅਤੇ 18ਵੇਂ ਸਾਲ 'ਚ ਮੇਰੀ ਮੈਰਿਜ ਹੋ ਗਈ। ਮੈਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਨਾਲ ਰਹਿ ਰਿਹਾ ਹਾਂ। ਉਸ ਉਪਰੰਤ 18 ਸਾਲ ਤੋਂ ਉਮਰ ਤੋਂ ਮੈਂ ਇੱਕ ਇੰਗਲੈਂਡ ਦੀ ਇੰਟਰਨੈਸ਼ਨਲ ਵੱਡੀ ਕੰਪਨੀ ਸੀ ਜੋ ਇੰਗਲੈਂਡ ਦੇ ਮੋਟਰਵੇਜ਼, ਬਿਲਡਿੰਗ, ਨਿਊ ਹਾਊਸਿਸ ਅਤੇ ਹੋਰ ਬਹੁਤ ਸਾਰਾ ਕੰਮ ਕਰਦੀ ਸੀਗੀ। ਉਹਨਾਂ ਦੇ ਨਾਲ ਕੰਮ 'ਤੇ ਲੱਗਾ ਸੀ ਅਤੇ ਵਿਦਇਨ 2 ਸਾਲ ਉਹਨਾਂ ਨੇ ਮੈਨੂੰ ਹੋਰ ਕੰਮ ਦਿੱਤਾ ਡੇਲੀ ਬੇਸ 'ਤੇ ਲੇਬਰ ਸਪਲਾਈ ਦਾ। ਪਰ ਹੌਲੀ ਹੌਲੀ ਅਸੀਂ ਇੱਕ ਆਪਣੀ ਐਸੀ ਕੰਪਨੀ ਬਿਲਡ ਕੀਤੀ ਕਿ ਜਿਹਦੇ ਵਿੱਚ ਅਸੀਂ ਪ੍ਰਾਈਸ ਵਰਕ 'ਤੇ ਕੰਮ ਲੈਣਾ ਸ਼ੁਰੂ ਕਰ ਦਿੱਤਾ ਉਸੀ ਕੰਪਨੀ ਤੋਂ ਅਤੇ ਨਾਲ ਹੋਰ ਬਹੁਤ ਸਾਰੀਆਂ ਕੰਪਨੀਆਂ ਤੋਂ। ਥਰੂ ਆਊਟ ਇੰਗਲੈਂਡ ਅਸੀਂ ਉਸ ਕੰਮ ਨੂੰ ਐਕਸਪੈਂਡ ਕੀਤਾ ਅਤੇ 8-9 ਸਾਲ ਚੱਲਦਾ ਰਿਹਾ, ਜਿਸ ਵਿੱਚ ਸ਼ਟਰਿੰਗ, ਸਟੀਲ ਫਿਕਸਿੰਗ, ਕੰਕਰੀਟ, ਡਰੇਨ ਲੇਅਰਸ, ਕਰਬ ਲੇਅਰਸ ਅਤੇ ਹੋਰ ਜੋ ਵੀ ਮੋਟਰਵੇਜ਼ ਦੇ ਉੱਤੇ ਚਾਹੀਦੀਆਂ ਹੁੰਦੀਆਂ ਜ਼ਰੂਰਤ ਦੇ ਹਿਸਾਬ ਦੇ ਨਾਲ ਵਰਕਰਸ ਦੇ ਨਾਲ ਜੋ ਵੀ ਬਿਲਡਿੰਗ ਦੇ ਵਿੱਚ ਮਟੀਰੀਅਲ ਚੱਲਦਾ ਉਹਨਾਂ ਨੂੰ ਪ੍ਰਾਈਸ ਵਰਕ ਦੇ ਉੱਤੇ। ਤਾਂ 9 ਸਾਲ ਉਹਨਾਂ ਦੇ ਨਾਲ ਕੰਮ ਕੀਤਾ। ਉਸ ਤੋਂ ਉਪਰੰਤ ਇੱਕ ਬਹੁਤ ਸਾਰੀ ਲਾਰਜ ਕੰਪਨੀ ਸੀਗੀ ਜਿੱਥੇ ਮੈਂ ਰਹਿ ਰਿਹਾ ਉੱਥੇ ਜੋ ਵੈਜੀਟੇਰੀਅਨ ਅਤੇ ਫਰੂਟ ਦਾ ਕੰਮ ਕਰਦੀ ਸੀਗੀ। ਉਹਨਾਂ ਦੇ ਨਾਲ ਅਸੀਂ ਐਸੋਸੀਏਟ ਹੋ ਗਏ ਅਤੇ ਉਹ ਤੋਂ 2011 ਤੱਕ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਅਤੇ ਇਸ ਦੌਰਾਨ ਬਹੁਤ ਸਾਰਾ ਕਮਾਈ ਕੀਤੀ, ਹਾਰਡ ਕਮਾਈ ਕੀਤੀ। ਸਵੇਰ ਤੋਂ ਲਾ ਕੇ ਕਈ ਵੇਲੇ ਦਿਨ ਰਾਤ ਘਰ ਨਹੀਂ ਆਉਣਾ, ਕੰਮ 'ਤੇ ਰਹਿਣਾ। ਭਾਵੇਂ ਅਸੀਂ ਲੇਬਰ ਸਪਲਾਈ ਕੀਤੀ, ਪੈਕਰ ਸਪਲਾਈ ਕੀਤੇ, ਚਾਹੇ ਇੰਪਲੋਇਮੈਂਟ ਏਜੰਸੀ ਵਾਂਗੂ ਕੰਮ ਬਹੁਤ ਵੱਡੀ ਪੱਧਰ ਦੇ ਉੱਤੇ ਕੀਤਾ। ਫਿਰ ਵੀ ਇੱਕ ਲਾਰਜ ਕੰਮ ਨੂੰ ਸੰਭਾਲਣ ਲਈ ਬਹੁਤ ਵੱਡੀ ਟੀਮ ਚਾਹੀਦੀ ਹੁੰਦੀ ਹੈ ਜੋ ਸਾਡੇ ਕੋਲ ਸੀਗੀ, ਜਿਹਦੇ ਵਿੱਚ ਅਸੀਂ ਬਹੁਤ ਸਾਰਾ ਪੈਸਾ ਬਣਾਇਆ, ਪ੍ਰੋਪਰਟੀ ਬਣਾਈ, ਹੋਰ ਚੀਜ਼ਾਂ ਬਣਾਈਆਂ ਅਤੇ ਵਧੀਆ ਆਪਣੀ ਲਾਈਫ ਨੂੰ ਵਧੀਆ ਕੀਤਾ। ਹਰ ਇੱਕ ਦਾ ਇੱਕ ਸੁਪਨਾ ਹੁੰਦਾ ਕਿ ਮੈਂ ਵਧੀਆ ਕੰਮ ਚਲਾਵਾਂ, ਪੜ੍ਹਾਂ ਲਿਖਾਂ ਅਤੇ ਬਾਅਦ ਵਿੱਚ ਆਪਣੇ ਘਰਦਿਆਂ ਦਾ ਨਾਂ ਰੋਸ਼ਨ ਕਰੀਏ ਅਤੇ ਆਪਣੀ ਜ਼ਿੰਦਗੀ ਵਧੀਆ ਨਿਕਲੇ। ਅਤੇ ਇਹਦੇ ਨਾਲ ਨਾਲ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾ ਲਿਆ ਕਿ ਵੰਡ ਕੇ ਨਾਮ ਜਪੋ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ ਅਤੇ ਜ਼ਰੂਰਤਮੰਦਾਂ ਦੀ ਮਦਦ ਕਰੋ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਉਹਨੂੰ ਫੋਲੋ ਕਰਦੇ ਪਏ ਹਾਂ ਅਤੇ ਇਸੇ ਤਰ੍ਹਾਂ ਕਰਦੇ ਕਰਦੇ 1994 ਦੇ ਵਿੱਚ ਮੈਂ ਪੰਜਾਬ ਗਿਆ। ਉੱਥੇ ਜਾ ਕੇ ਸਰਵੇ ਕੀਤਾ ਕਿ ਜੋ ਵੀ ਪ੍ਰੋਬਲਮਸ ਚੱਲ ਰਹੀਆਂ ਯੂਥ ਦੇ ਵਿੱਚ, ਕ੍ਰਾਈਮ ਵੱਲ ਨੂੰ ਵੱਧ ਰਿਹਾ, ਚਾਹੇ ਨਸ਼ਿਆਂ ਵੱਲ ਨੂੰ ਵੱਧ ਰਿਹਾ, ਚਾਹੇ ਹੋਰ ਕਿਸੇ ਉਹਨਾਂ ਦਾ ਯੂਥ ਦਾ ਜਾ ਰਿਹਾ ਸੋਚਣ ਸ਼ਕਤੀ। ਅਤੇ ਉਦੋਂ ਸਾਨੂੰ ਇਹੀ ਲੱਗਾ ਕਿ ਮੈਂ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਨਾਲ ਵੀ ਮੀਟਿੰਗ ਕੀਤੀ ਕਿ ਇੱਕ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਵੇ, ਜਿਸ ਵਿੱਚ ਗਰਾਊਂਡ ਲੈਵਲ ਤੋਂ ਬੱਚਿਆਂ ਨੂੰ ਰੂਰਲ ਏਰੀਏ ਤੋਂ ਲਿਆ ਜਾਵੇ, ਲੜਕੇ ਲੜਕੀਆਂ ਨੂੰ
ਜਿਨ੍ਹਾਂ ਨੂੰ ਕੋਈ ਚਾਂਸ ਨਹੀਂ ਦੇ ਰਿਹਾ, ਜਾਂ ਜਿਨ੍ਹਾਂ ਨੂੰ ਚਾਂਸ ਮਿਲਿਆ ਵੀ ਆ ਉਹ ਕਈ ਵਜ੍ਹਾ ਕਰਕੇ ਅੱਗੇ ਨਹੀਂ ਆ ਸਕਦੇ, ਜਿਹਦੇ ਵਿੱਚ ਥਰੂ ਆਊਟ ਇੰਡੀਆ ਕਈ ਡਿਪਾਰਟਮੈਂਟਾਂ ਨੇ ਸਾਡਾ ਸਾਥ ਦਿੱਤਾ। ਪੰਜਾਬ ਗੌਰਮੈਂਟ ਨੇ ਸਾਥ ਦਿੱਤਾ, ਪੰਜਾਬ ਸਪੋਰਟਸ ਡਿਪਾਰਟਮੈਂਟ ਨੇ ਸਾਥ ਦਿੱਤਾ, ਅਤੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਨੇ ਸਾਥ ਦਿੱਤਾ, ਪੰਜਾਬ ਪੁਲਿਸ ਨੇ ਸਾਥ ਦਿੱਤਾ, ਆਰਮੀ ਵਾਲੇ ਡਿਪਾਰਟਮੈਂਟਾਂ ਨੇ ਸਾਥ ਦਿੱਤਾ ਉਹਨਾਂ ਬੱਚਿਆਂ ਨੂੰ ਹੋਰ ਵਧੀਆ ਕਰਨ ਦੇ ਵਿੱਚ। ਅਤੇ ਅਸੀਂ ਅਕੈਡਮੀਆਂ ਖੋਲ੍ਹੀਆਂ, ਜਿਸ ਤਰ੍ਹਾਂ ਰੈਸਲਿੰਗ, ਕਬੱਡੀ ਨੂੰ ਵੀ ਪ੍ਰਮੋਟ ਬਹੁਤ ਜ਼ਿਆਦਾ ਕੀਤਾ, ਵਾਲੀਬਾਲ, ਬਾਸਕਿਟਬਾਲ, ਲੜਕੀਆਂ ਦੀ ਹਾਕੀ ਦੀ ਟੀਮ, ਬਾਕਸਿੰਗ ਨੂੰ ਵੀ ਕੀਤਾ, ਕਿੱਕ ਬਾਕਸਿੰਗ ਮਾਰਸ਼ਲ ਆਰਟ ਨੂੰ ਵੀ ਕੀਤਾ, ਐਥਲੈਟਿਕ ਅਤੇ ਬੋਡੀ ਬਿਲਡਰ। ਅਤੇ ਰੂਰਲ ਗੇਮਾਂ ਵੀ ਬਹੁਤ ਸਾਰੀਆਂ ਹੁੰਦੀਆਂ ਆ, ਅਤੇ ਗੱਤਕੇ ਨੂੰ ਵੀ ਅਸੀਂ 1 ਸਾਲ ਵਰਲਡ ਕੱਪ ਕਰਾਇਆ। ਇਸੇ ਤਰ੍ਹਾਂ ਉਹਨਾਂ ਬੱਚਿਆਂ ਨੂੰ ਲਿਆ ਗਿਆ, ਫਿਰ ਪਿੰਡ ਦੇ ਵਿੱਚ ਸਟੇਡੀਅਮ ਬਣਾਇਆ ਗਿਆ, ਅਤੇ ਬਹੁਤ ਸਾਰੀਆਂ ਸਪੋਰਟਸ ਦੀਆਂ ਗੇਮਾਂ ਕਰਾਈਆਂ ਗਈਆਂ, ਚੈਂਪੀਅਨਸ਼ਿਪਾਂ ਕਰਾਈਆਂ ਗਈਆਂ। ਹੋਰ ਬਹੁਤ ਵੱਡੀ ਪੱਧਰ ਦੇ ਉੱਤੇ 1995 ਤੋਂ ਲੱਗ ਕੇ 2011 ਤੱਕ ਇਹ ਕੰਮ ਚੱਲਦਾ ਰਿਹਾ, ਜਿਹਦੇ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਗੋਲਡ ਮੈਡਲ ਲਿਆਂਦੇ, ਇੰਡੀਆ ਦਾ ਨਾਂ, ਪੰਜਾਬ ਦਾ ਨਾਂ, ਆਪਣੇ ਘਰਦਿਆਂ ਦਾ ਨਾਂ, ਆਪਣੇ ਏਰੀਏ ਦਾ ਨਾਂ ਚਮਕਾਇਆ। ਅਤੇ ਉਹਨਾਂ ਬੱਚਿਆਂ ਨੂੰ ਮਿਲਟਰੀ ਦੇ ਵਿੱਚ ਜੋਬਾਂ ਮਿਲੀਆਂ, ਪੰਜਾਬ ਪੁਲਿਸ ਦੇ ਵਿੱਚ ਜੋਬਾਂ ਮਿਲੀਆਂ, ਰੇਲਵੇ ਵਿੱਚ ਜੋਬਾਂ ਮਿਲੀਆਂ, ਬੈਂਕਾਂ ਦੇ ਵਿੱਚ ਮਿਲੀਆਂ, ਹੋਰ ਕਈ ਡਿਪਾਰਟਮੈਂਟਾਂ ਨੇ ਸਾਡੇ ਖਿਡਾਰੀਆਂ ਨੂੰ ਲਿਆ। ਹੁਣ ਕਾਫੀ ਖਿਡਾਰੀ ਕਈ ਵੱਡੀ ਪੱਧਰ ਦੇ ਉੱਤੇ ਕਈ ਡਿਪਾਰਟਮੈਂਟਾਂ 'ਚ ਕੰਮ ਕਰ ਰਹੇ ਆ ਇਮਾਨਦਾਰੀ ਨਾਲ, ਅਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਚਲੋ ਕਿਸੇ ਦਾ ਜੀਵਨ ਵਧੀਆ ਬਣ ਗਿਆ। ਉਹਦੇ ਨਾਲ ਨਾਲ ਲਗਾਤਾਰ 16-17 ਸਾਲ ਆਈ ਕੈਂਪ, ਮੈਡੀਕਲ ਕੈਂਪ, ਸਾਡੀਆਂ ਜੋ ਜ਼ਰੂਰਤਮੰਦ ਪਰਿਵਾਰਾਂ ਦੀਆਂ, ਜੋ ਸਾਡੀਆਂ ਆਪਣੀਆਂ ਧੀਆਂ ਆ, ਉਹਨਾਂ ਦੀਆਂ ਸ਼ਾਦੀਆਂ ਹੋਈਆਂ, ਜੋ ਵੀ ਅਸੀਂ ਤਿਲ ਫੁੱਲ ਦੇ ਸਕੇ, ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ, ਜਾਂ ਸਾਡੇ ਗੁਰੂ ਪੀਰਾਂ ਦੇ ਨਾਲ, ਉਹ ਅਸੀਂ ਕੀਤਾ। ਅਤੇ ਉਹਦੇ ਨਾਲ ਨਾਲ ਧਾਰਮਿਕ ਪ੍ਰੋਗਰਾਮ ਵੀ ਬਹੁਤ, ਜੋ ਸਾਨੂੰ ਲੱਗਦਾ ਸੀ ਕਿ ਸਾਡੇ ਖੇਡਾਂ ਦੇ ਨਾਲ ਨਾਲ ਸਾਡੇ ਗੁਰੂਆਂ ਦਾ, ਸਾਡੇ ਪੰਜਾਬ ਦਾ ਇਤਿਹਾਸ, ਸਾਡੇ ਗੁਰੂਆਂ ਬਾਰੇ ਸਾਡੇ ਜਿਹੜੀ ਯੂਥ ਜਨਰੇਸ਼ਨ ਹੈ ਇਹਨੂੰ ਪਤਾ ਹੋਣਾ ਚਾਹੀਦਾ ਆ, ਤਾਂ ਕਿ ਸਾਡਾ ਕਿੰਨਾ ਰਿਚ ਕਲਚਰ ਵਾ ਅਤੇ ਕਿੰਨਾ ਸਾਡਾ ਇਤਿਹਾਸ ਵਧੀਆ ਅਤੇ ਸੁੱਚਾ, ਅਤੇ ਬਹੁਤ ਸਾਰੇ ਯੋਧ ਵੀਰਾਂ ਦਾ ਇਤਿਹਾਸ ਆ ਸਾਡਾ, ਜਿਨ੍ਹਾਂ ਨੇ ਬਹੁਤ ਸਾਰੀਆਂ ਜੰਗਾਂ ਲੜੀਆਂ। ਸਾਡੇ ਗੁਰੂ ਪੀਰਾਂ ਨੇ ਸੱਚ ਦੀ ਖਾਤਰ, ਜਬਰ ਜੁਰਮ ਦੀ ਖਾਤਰ ਲੜਾਈਆਂ ਲੜੀਆਂ। ਇਸ ਕਰਕੇ ਉਹਨਾਂ ਬੱਚਿਆਂ ਨੂੰ ਹਮੇਸ਼ਾ ਸਾਲ ਦੇ ਵਿੱਚ ਅਸੀਂ ਇੱਕ ਰੱਖਦੇ ਹੁੰਦੇ ਸੀ ਪ੍ਰੋਗਰਾਮ 1-2, ਕਿ ਬੱਚਿਆਂ ਨੂੰ ਗੁਰੂਆਂ ਬਾਰੇ ਅਤੇ ਸ਼ਾਸਤਰ ਵਿੱਦਿਆ ਬਾਰੇ, ਗੱਤਕੇ ਦੀ ਬਾਰੇ ਦੱਸਿਆ ਜਾਵੇ। ਅਤੇ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ। ਆਟਾ ਦਾਲ ਸਕੀਮ ਚੱਲੀ, 10 ਕਿਲੋ ਆਟਾ, 2 ਕਿਲੋ ਦਾਲ 3500 ਪਰਿਵਾਰ ਨੂੰ ਹਰ ਮਹੀਨੇ ਦਿੰਦੇ ਰਹੇ। ਨਾ ਕੋਈ ID ਚਕਾਨੀ, ਨਾ ਸਾਨੂੰ ਕਿਸੇ ਦੀ ਜਾਤ ਪਾਤ ਨਾਲ, ਨਾ ਸਾਨੂੰ ਹੋਰ ਕਿਸੇ ਨਾਲ ਮਤਲਬ, ਕਿਉਂਕਿ ਅਸੀਂ ਕਿਹੜਾ ਆਪਣੇ ਕੋਲੋਂ ਦੇ ਰਹੇ ਹਾਂ। ਧੰਨ ਧੰਨ ਉਹਨਾਂ ਗੁਰੂਆਂ ਦੇ, ਜਿਨ੍ਹਾਂ ਨੇ ਸਾਨੂੰ ਬਲੈਸਿੰਗ ਦੇ ਕੇ ਇੱਥੇ ਤੱਕ ਬਣਾਇਆ। ਅਸੀਂ ਉਹਨਾਂ ਦੀ ਦਿੱਤੀ ਹੋਈ ਕਮਾਈ ਵਿੱਚੋਂ ਸਾਰਿਆਂ ਨਾਲ ਸ਼ੇਅਰ ਕੀਤਾ। ਅਤੇ ਇਸ ਕੰਮਾਂ ਦੇ ਦੌਰਾਨ 1995 ਤੋਂ ਲੱਗ ਕੇ 94-95 ਤੋਂ ਲੱਗ ਕੇ 2011 ਤੱਕ ਅਸੀਂ ਕੋਈ ਕਿਸੇ ਤੋਂ ਡੋਨੇਸ਼ਨ ਨਹੀਂ ਲਈ, ਪੈਸੇ ਨਹੀਂ ਇਕੱਠੇ ਕੀਤੇ, ਕੋਈ ਕਿਸੇ ਦੇ ਨਾਲ ਧੋਖੇ ਨਾਲ ਪੈਸੇ ਨਹੀਂ ਲਾਏ, ਕਿਸੇ ਦੀਆਂ ਪਰਚੀਆਂ ਨਹੀਂ ਕੱਟੀਆਂ। ਜੋ ਕੀਤਾ ਆਪਣੀ ਕਿਰਤ ਕਮਾਈ 'ਚੋਂ ਕੀਤਾ, ਜਿੰਨਾ ਸਾਡੀ ਜੇਬ ਨੇ ਅਲਾਓ ਕੀਤਾ। ਉਹਦੇ ਨਾਲ ਨਾਲ ਜੋ ਵੀ ਹੋਇਆ,
ਇਹ ਸਭ ਕੁਛ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਲੈਸਿੰਗ ਦੇ ਨਾਲ ਹੀ ਹੋਇਆ। ਪਿੰਡ ਵਿੱਚ ਸਟੇਡੀਅਮ ਬਣਿਆ। ਇਸੇ ਤਰ੍ਹਾਂ ਸਾਡਾ ਸਾਥ ਮੇਰੇ ਪਿੰਡ ਤੋਂ ਲੱਗ ਕੇ ਪਿੰਡ ਵਾਸੀ, ਇਲਾਕਾ ਵਾਸੀ, ਥਰੂ ਆਊਟ ਆਲ ਇੰਡੀਆ, ਵਰਲਡ ਵਾਈਡ ਸੰਗਤਾਂ ਨੇ ਆ ਕੇ ਵਿਹਲੇ ਸਮੇਂ ਦੇ ਵਿੱਚ ਸਾਡੇ ਨਾਲ ਐਜ਼ ਏ ਵਲੰਟੀਅਰ ਮਦਦ ਕੀਤੀ। ਸਾਡੇ ਕਾਫੀ ਵੱਡੀ ਟੀਮ ਬਣ ਗਈ। ਅਤੇ 2011 ਦੇ ਵਿੱਚ ਮੈਨੂੰ ਇਹ ਲੱਗਾ ਕਿ ਕਬੱਡੀ ਦਾ ਬਹੁਤ ਸਾਰਾ ਪ੍ਰਮੋਟ ਕਰਨ ਦੇ ਬਾਅਦ ਵੀ ਕੋਈ ਕਹਿੰਦਾ ਕਿ ਪਲੇਅਰ ਨਸ਼ੇ ਖਾਂਦੇ, ਟੀਕੇ ਲਾਉਂਦੇ, ਅਨਪੜ੍ਹ ਪਲੇਅਰ ਹੁੰਦੇ ਆ, ਇੱਦਾਂ ਉੱਦਾਂ। ਅਤੇ ਆਪਾਂ ਉਹਦੇ 'ਤੇ ਸਟੋਰੀ ਜੋ ਅੱਖੀਂ ਦੇਖਿਆ ਹਾਲ ਸੀਗਾ, ਉਹ ਇੱਕ ਫਿਲਮ ਬਣਾਈ, ਜਿਸ ਨੂੰ 2012 ਦੀ ਜੂਨ ਨੂੰ ਰਿਲੀਜ਼ ਕਰ ਦਿੱਤਾ ਗਿਆ ਡਿਸਟ੍ਰੀਬਿਊਟਰ ਕਪਲ ਬੱਤਰਾ ਅਤੇ ਰਾਜਨ ਬੱਤਰਾ ਦੇ ਬੈਨਰ ਹੇਠ, ਕਮਿਸ਼ਨ ਬੇਸ 'ਤੇ, ਵਰਲਡ ਵਾਈਡ ਸਿਨੇਮਾ ਦੇ ਵਿੱਚ ਅਤੇ ਉੱਦਾਂ। ਅਤੇ ਮੈਂ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ, ਕਿਉਂਕਿ ਮੇਰੇ ਬਾਬਾ ਜੀ ਖੇਤੀ ਕਰਦੇ ਹੁੰਦੇ ਸੀ। ਅਤੇ ਬਾਅਦ ਦੇ ਵਿੱਚ ਸਾਰੇ ਜਾਣੇ ਆ ਕੇ ਇੰਗਲੈਂਡ ਸੈੱਟ ਹੋ ਗਏ। ਉਹਨਾਂ ਨੇ ਵੀ ਆ ਕੇ ਬਹੁਤ ਸਾਰੀ ਹਾਰਡ ਮਿਹਨਤ ਕੀਤੀ, ਅਸੀਂ ਵੀ ਕੀਤੀ। ਅਤੇ ਉਹਦੇ ਨਾਲ ਨਾਲ ਬਹੁਤ ਸਾਰੇ ਐਸੇ ਕੰਮ ਵੀ ਕੀਤੇ ਨਸ਼ੇ ਨੂੰ ਦੂਰ ਰੱਖਣ ਲਈ। ਜੋ ਕ੍ਰਾਈਮ ਹੋ ਰਹੇ ਆ, ਬੱਚੇ ਕਰ ਰਹੇ ਆ ਜਾਂ ਕੋਈ ਹੋਰ ਕਰ ਰਿਹਾ, ਉਹਨਾਂ ਨੂੰ ਵੀ ਦੂਰ ਰੱਖਣ ਲਈ ਕਿ ਸਾਡਾ ਏਰੀਆ, ਐਟਲੀਸਟ ਸਾਡਾ ਪਿੰਡ ਜਾਂ ਕਿੱਦਾਂ ਵੀ ਆ, ਉਹ ਕ੍ਰਾਈਮ ਫਰੀ ਹੋਵੇ, ਪੰਜਾਬ ਪੁਲਿਸ ਦੀ ਸਹਾਇਤਾ ਦੇ ਨਾਲ। ਅਤੇ ਇਸੇ ਤਰ੍ਹਾਂ ਮੇਰਾ ਪਿਛੋਕੜ ਜੋ ਵੀ ਹੈ, ਉਹ ਇੱਕ ਮਿਹਨਤ ਨਾਲ ਸ਼ੁਰੂ ਹੋਇਆ ਮੇਰੇ ਬਾਬਾ ਜੀ ਤੋਂ। ਉਹਨਾਂ ਨੇ ਸਾਨੂੰ ਦੱਸਿਆ ਕਿ ਮਿਹਨਤ ਕਿੱਦਾਂ ਕਰਨੀ, ਮੇਰੇ ਪਿਤਾ ਜੀ ਨੇ, ਅਤੇ ਫਿਰ ਅਸੀਂ ਉਸ ਰਸਤੇ ਦੇ ਉੱਤੇ ਚੱਲਦੇ ਹੋਏ ਇੱਥੇ ਤੱਕ ਪਹੁੰਚ ਗਏ। ਜੋ ਲੋਕ ਇਹ ਕਹਿ ਰਹੇ ਆ ਕਿ ਹੁਣ ਕੀਰਤਨ ਹੋਏ ਨੇ ਖਰੇ ਫਰੋਡ ਠੱਗੀਆਂ ਨਾਲ, ਜਾਂ ਕਿਸੇ ਦੀਆਂ ਪਰਚੀਆਂ ਕੱਟ ਕੇ, ਜਾਂ ਕੋਈ NGO ਖੋਲ੍ਹ ਕੇ ਪੈਸਾ ਕਲੈਕਟ ਕਰਕੇ ਕੀਤਾ ਆ, ਇਹ ਸਭ ਸਰਾਸਰ ਝੂਠ ਆ। ਜੋ ਕੀਤਾ ਆ ਭਾਈ, ਆਪਣੀ ਕਮਾਈ 'ਚੋਂ ਕੀਤਾ, ਜੋ ਗੁਰੂ ਨਾਨਕ ਦੇਵ ਨੇ ਸਾਨੂੰ ਬਖਸ਼ਿਆ ਉਹਦੇ ਭੰਡਾਰਾਂ ਵਿੱਚੋਂ। ਕਿਉਂਕਿ ਮੈਂ ਤਾਂ ਕੁਛ ਕਰ ਨਹੀਂ ਸਕਦਾ, ਮੈਂ ਤਾਂ ਸੰਗਤਾਂ ਦੇ ਚਰਨਾਂ 'ਚ ਧੂੜ ਆ, ਅਤੇ ਨਾ ਮੈਂ ਕੁਛ ਕੀਤਾ ਹੈ। ਜੋ ਕਰਾਇਆ ਉਸ ਪਰਮਾਤਮਾ ਨੇ ਕਰਾਇਆ। ਇਹ ਹੀ ਮੇਰਾ ਪਿਛੋਕੜ ਵਾ। ਇਸ ਦੇ ਨਾਲ ਨਾਲ ਜੋ ਇਲੈਕਟ੍ਰੋਨਿਕ ਮੀਡੀਆ ਵਰਲਡ ਵਾਈਡ, ਪ੍ਰਿੰਟਡ ਮੀਡੀਆ ਅਤੇ ਸੋਸ਼ਲ ਮੀਡੀਆ, ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ, ਜਿਨ੍ਹਾਂ ਦੇ ਵਿੱਚ ZTV, PTC TV ਅਤੇ ਹੋਰ ਬਹੁਤ ਸਾਰੇ ਟੀਵੀਆਂ ਚੈਨਲਾਂ ਨੇ ਸਾਡੇ ਉੱਤੇ ਡਾਕੂਮੈਂਟਰੀਜ਼ ਬਣਾ ਕੇ ਲਾਈਆਂ ਕਿ ਅਸੀਂ ਕੀ ਕਰਦੇ ਹਾਂ ਅਤੇ ਕਿੱਦਾਂ ਅਸੀਂ ਆਪਣੇ ਆਪ ਨੂੰ ਮਤਲਬ ਹਾਰਡ ਵਰਕ ਨਾਲ ਸਟੈਂਡ ਕੀਤਾ ਅਤੇ ਇੰਡੀਆ ਦੇ ਵਿੱਚ ਪ੍ਰਮੋਟ ਕਰ ਰਹੇ ਹਾਂ। ਇਹਦੇ ਨਾਲ ਨਾਲ BBC, ਜੋ ਇੰਗਲੈਂਡ ਦੇ ਵਿੱਚ ਹੈ, ਬ੍ਰਿਟਿਸ਼ ਬਰੋਡਕਾਸਟਿੰਗ ਚੈਨਲ, ਉਹਨੇ 2 ਵਾਰ ਇੰਡੀਆ ਜਾ ਕੇ ਸਾਡੇ ਈਵੈਂਟਾਂ ਵਿੱਚ ਸਾਨੂੰ ਕਵਰ ਕੀਤਾ। ਉਸ ਤੋਂ ਬਾਅਦ ਗੌਰਮੈਂਟ, ਇੰਡੀਆ ਦੀ ਗੌਰਮੈਂਟ, ਪੰਜਾਬ ਦੀ ਗੌਰਮੈਂਟ ਦੇ ਜੋ ਹਾਇਰ ਅਫੀਸ਼ੀਅਲ ਸੀਗੇ, ਉਹਨਾਂ ਨੇ ਸਾਨੂੰ ਔਨਰ ਕੀਤਾ। ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਜਿਹੜੇ ਉਸ ਟਾਈਮ ਦੇ ਸੀਗੇ, ਉਹਨਾਂ ਨੇ ਮੈਨੂੰ ਔਨਰ ਭੇਜਿਆ ਇੰਡੀਆ ਦੇ ਵਿੱਚ ਕਿ ਬਹੁਤ ਵਧੀਆ ਕੰਮ ਕਰਦਾ, ਸਾਡਾ ਟੈਕਸ ਪੇਅਰ ਆ ਅਤੇ ਚੰਗੇ ਕੰਮ ਕਰਦਾ ਹੈ, ਇਸ ਕਰਕੇ। ਅਤੇ ਮੈਂ ਸਾਰਿਆਂ ਦਾ ਹੀ, ਮੀਡੀਆ ਦਾ, ਜਿਨ੍ਹਾਂ ਸਾਨੂੰ ਅੱਜ ਤੱਕ ਕਵਰ ਕੀਤਾ, ਜਿਨ੍ਹਾਂ ਨੇ ਸਾਨੂੰ ਔਨਰ ਕੀਤਾ, ਮੈਂ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ। ਕੀ ਕੀਤਾ ਕਿ ਹਾਂ, ਮੈਂ ਵੀ ਕੁਛ ਵਿੱਚ ਲਾਉਣਾ ਚਾਹੁੰਦੀ ਹਾਂ ਆਪਣੀ ਕੰਪਨੀ ਵੱਲੋਂ। ਕੰਪਨੀ ਦਾ ਨਾਂ ਸੀ ਦੀ ਸੁਪੀਰੀਅਰ ਸਰਵਿਸ ਲਿਮਟਿਡ, ਪਲੰਮਸਟਡ ਦੇ ਵਿੱਚ, ਜੋ 2013 ਵਿੱਚ ਲਿਕੁਇਡੇਸ਼ਨ ਦੇ ਵਿੱਚ ਚਲੀ ਗਈ। ਉਹਦੇ ਵਿੱਚੋਂ ਮੈਂ ਲਾਉਣਾ ਚਾਹੁੰਦੀ ਹਾਂ, ਉਹਦੀ ਐਡ ਕਰਨੀ ਹੈ। ਤੁਸੀਂ ਸਾਡੀ ਫਿਲਮ ਦੇਖੋ, ਕਬੱਡੀ ਵੰਸ ਗਏ, ਉਹਦੇ ਉੱਤੇ ਮੈਚਾਂ ਦੇ ਦੌਰਾਨ ਉਹਨਾਂ ਦੀ ਕੰਪਨੀ ਦਾ ਨਾਂ ਵੱਡੀਆਂ ਵੱਡੀਆਂ ਸਟ੍ਰੈਪਾਂ 'ਤੇ ਲੱਗਾ ਹੈ, ਨੰਬਰਿੰਗ 'ਤੇ ਲੱਗਿਆ। ਮੈਨੂੰ ਐਡ ਹੋਰ ਪਾਸਿਓਂ ਵੀ ਮਿਲਦੀ ਸੀ। ਤੇਜਿੰਦਰ ਨੂੰ ਪਤਾ, ਕੈਂਪਾ ਕੋਲ ਵਾਲੇ ਦਿੰਦੇ ਸੀ 50 ਲੱਖ ਦੀ। ਮੈਂ ਉਹਨਾਂ ਨੂੰ ਇਗਨੋਰ ਮਾਰਿਆ, ਇਹ ਕਹਿੰਦੇ ਵੀ ਸਾਡੀ ਲੈ ਲਓ। ਜੇ ਇਹਨਾਂ ਨੇ ਮੈਨੂੰ ਕੁਛ ਦਿੱਤਾ ਉਹ 'ਚੋਂ ਐਡ ਸੀ, ਅਤੇ ਬਾਕੀ ਠੀਕ ਹੈ। ਜੇ ਇਹਨਾਂ ਨੇ ਕੋਈ ਚੀਜ਼ ਹੈਗੀ ਆ,
ਇਹ ਵੈਸੇ ਮੇਰੇ ਨਾਲ ਬਹਿ ਕੇ ਗੱਲ ਕਰਨ ਵੀ ਹਾਂ ਸਾਡਾ ਆਹ ਲੈਣ ਦੇਣ ਵਾ ਜਾਂ ਕੁਛ ਵੀ ਆ। ਜੇ ਹੁਣ ਆਪਾਂ ਕਿਸੇ ਨੂੰ ਕਹੀਏ ਮੈਂ ਤਾਂ 7 ਕਰੋੜ ਰੁਪਈਆ ਦਿੱਤਾ, ਕਿਉਂ ਤੁਸੀਂ ਝੂਠ ਬੋਲੀ ਜਾਂਦੇ ਇੰਨਾ? ਤੇ ਤੁਸੀਂ ਸਬੂਤ ਕਰ ਦੋਗੇ ਕਿ 7 ਕਰੋੜ ਰੁਪਈਆ ਤੁਹਾਡੇ ਕੋਲ ਕਿੱਥੋਂ ਆਇਆ ਸੀ ਮੈਨੂੰ ਦੇਣ ਲਈ, ਜਾਂ 3 ਲੱਖ ਕੈਸ਼? ਇਹ ਤਾਂ ਮਨੀ ਲਾਂਡਰਿੰਗ ਹੋ ਗਈ ਫਿਰ ਤੁਹਾਡੇ ਖਿਲਾਫ। ਇਸ ਕਰਕੇ ਜਿੰਨੀ ਚੀਜ਼ ਆ ਉਨੀ ਕਹਿਣੀ ਚਾਹੀਦੀ ਹੈ, ਵਾਧੂ ਨਹੀਂ ਕਹਿਣੀ ਚਾਹੀਦੀ ਹੈਗੀ। ਲੈਣ ਵਾਲੇ ਨੂੰ ਵੀ ਪਤਾ ਹੁੰਦਾ, ਦੇਣ ਵਾਲੇ ਨੂੰ ਵੀ ਪਤਾ ਹੁੰਦਾ। ਬਾਕੀ ਜੋ ਸਾਡੇ ਨਾਂ ਦੇ ਉੱਤੇ ਤੁਸੀਂ ਬੈਂਕ ਦੇ ਵਿੱਚ ਪਾਇਆ ਉਹ ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ। ਹੁਣ ਜੇ ਤੁਸੀਂ ਹੋਰ ਕੁਛ ਕੀਤਾ ਆ ਉਹ ਸਾਡੇ ਨਾਂ ਦੇ ਉੱਤੇ ਨਾ ਥੋਪੋ ਕਿ ਅਸੀਂ ਤੁਹਾਨੂੰ ਦਿੱਤਾ ਸੀ। ਬਾਕੀ ਜਿਹੜਾ ਤੁਸੀਂ ਇਹ ਕਲੀਅਰ ਨਹੀਂ ਕੀਤਾ ਕਿ ਤੁਸੀਂ ਮੈਨੂੰ ਕਿੱਦਾਂ ਜਾਣਦੇ ਆ ਤੇਜਿੰਦਰ ਜੀ, ਮੈਨੂੰ ਪੈਸੇ ਕਿਉਂ ਦਿੱਤੇ, ਤੇ ਮੈਂ ਤੁਹਾਡਾ ਫੋਨ ਤੁਸੀਂ ਕਹਿੰਦੇ ਚੱਕਦਾ ਨਹੀਂ ਹੈ, ਜਾਂ ਮਤਲਬ ਕੀ ਗੱਲ ਇਹਦੇ ਬਿਹਾਈਂਡ ਆ ਜਾਂ ਕੀ ਗੱਲ ਵਾ, ਇਹ ਨਹੀਂ ਤੁਸੀਂ ਕਲੀਅਰ ਕੀਤੀਆਂ। ਸਭ ਤੋਂ ਪਹਿਲਾਂ ਮੈਂ ਇਹ ਵੀ ਫੀਲ ਕਰਦਾ ਕਿ ਤੁਹਾਡੇ ਹਸਬੈਂਡ ਦੀ ਡੈਥ ਹੋ ਗਈ, ਤੁਹਾਡੇ ਬੱਚੇ ਦੀ ਡੈਥ ਹੋਈ, ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਉਹ ਸਾਡੇ ਨਿਆਣਿਆਂ ਵਰਗਾ ਸੀ। ਹਾਂ, ਉਹਨੇ ਮੇਰੇ ਨਾਲ 2-4 ਵਾਰ ਫੋਨ 'ਤੇ ਗੱਲ ਕੀਤੀ ਸੀ ਇੰਡੀਆ। ਮੈਂ ਜ਼ਿਆਦਾ ਦੇਰ ਹੁੰਦਾ ਇੰਗਲੈਂਡ ਤੋਂ। ਉਹਨੇ ਮੇਰੇ ਨਾਲ ਕੋਈ ਪੈਸਿਆਂ ਦੀ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉਹਨੇ ਬਸ ਆਪਣੀਆਂ ਗੱਲਬਾਤ ਕਰਦਾ ਹੁੰਦਾ ਸੀ ਕਿ ਮੈਂ ਚੈਨਲ ਚਲਾਉਣਾ ਆ, ਤੁਸੀਂ ਫਿਲਮ ਬਣਾਉਂਦੇ ਆ ਜਾਂ ਕਿੱਦਾਂ ਵੀ। ਇਹ ਤੋਂ ਵਾਧੂ ਉਹਨੇ ਕਦੇ ਮੇਰੇ ਨਾਲ ਗੱਲ ਨਹੀਂ ਕੀਤੀ। ਉਹ ਮੈਨੂੰ ਰਿਸਪੈਕਟ ਕਰਦਾ ਸੀ, ਉਹਨੇ ਕਦੇ ਮੇਰੇ ਨਾਲ ਕੋਈ ਡਿਸਕਸ ਨਹੀਂ ਕੀਤੀ ਗੱਲ। ਕਿਉਂਕਿ ਇੱਕ ਯੰਗ ਬੰਦਾ ਥੋੜ੍ਹਾ ਪੈਸਾ ਇਨਵੈਸਟ ਕਰਨ ਲਈ ਜਾਂ ਕੁਛ ਵੀ ਗੱਲ ਕਰੂਗਾ। ਅਤੇ ਦੂਜੀ ਗੱਲ ਇਹ ਆ ਕਿ ਮੈਂ ਤੁਹਾਨੂੰ ਕਿੰਨੀ ਦੇਰ ਦਾ ਦੱਸਦਾ ਰਿਹਾ ਕਿ ਫਿਲਮ ਬਣ ਗਈ ਆ। ਬਣ ਤੋਂ ਬਾਅਦ ਰਿਲੀਜ਼ ਹੋਈ 2012 ਵਿੱਚ, ਅਤੇ ਡਿਸਟਰੀਬਿਊਟਰਾਂ ਨੇ 15% ਕਮਿਸ਼ਨ 'ਤੇ ਵਰਲਡ ਵਾਈਡ ਸਿਨੇਮਾ ਹਾਲਾਂ 'ਚ ਮਿਊਜ਼ਿਕ ਰਿਲੀਜ਼ ਕਰਨ ਲਈ, ਉਹਦੀਆਂ DVDs ਲਈ, ਅਤੇ ਜਿੰਨੀਆਂ ਵੀ ਵਿੱਚ ਐਡਸ ਵਾ ਉਹਨਾਂ ਲਈ ਡਿਸਟਰੀਬਿਊਟਰ ਨੇ ਸਾਡੇ ਕੋਲੋਂ ਫਿਲਮ ਲਈ ਆ। ਕਪਿਲ ਬੱਤਰਾ ਅਤੇ ਰਾਜਨ ਬੱਤਰਾ ਨੇ ਰਿਟਨ ਕਰਕੇ ਮੇਰੇ ਕੋਲ ਪਾਵਰ ਟੋਨੀ ਲਈ, ਮੇਰੇ ਕੋਲ ਸਾਰੇ ਦੇ ਸਾਰੇ ਫਿਲਮ ਦੇ ਰਾਈਟਸ ਲਏ ਆ। ਅਤੇ ਉਹਨਾਂ ਨੇ ਕਿਹਾ ਸੀਗਾ ਕਿ 2 ਮਹੀਨੇ ਦੇ ਵਿੱਚ ਜੂਨ 'ਚ ਫਿਲਮ ਰਿਲੀਜ਼ ਹੋਈ, ਅਗਸਤ ਸਤੰਬਰ ਤੱਕ ਤੇਰਾ ਹਿਸਾਬ ਕਰ ਦੇਵਾਂਗੇ। ਪਰ ਕਈ ਕਾਰਨਾਂ ਕਰਕੇ ਉਹ ਨਹੀਂ ਹਿਸਾਬ ਕਰ ਸਕੇ। ਹੁਣ ਤੱਕ ਨਹੀਂ ਸਾਡਾ ਹਿਸਾਬ ਹੋਇਆ ਹੈ। ਤੁਸੀਂ ਉਸ ਗੱਲ ਨੂੰ ਅੰਡਰਸਟੈਂਡ ਕਰਨ ਦੀ ਬਜਾਏ ਉਲਟੀ ਲੜਾਈ ਲੜੀ ਜਾਂਦੇ ਆ। ਫਿਰ ਜਦੋਂ ਤੁਸੀਂ ਕੋਈ ਮੈਨੂੰ ਚੀਜ਼ ਦਿੱਤੀ, ਮੈਂ ਤੁਸੀਂ ਆਪ ਇਹ ਚੈਨਲ 'ਤੇ ਵੀ ਹੁਣ ਦੱਸਿਆ ਕਿ ਫਿਲਮ ਦੇ ਵਿੱਚ ਵੀ ਮਤਲਬ ਅਸੀਂ ਕੁਛ ਇਨਵੈਸਟ ਕੀਤਾ, ਪਰ ਇੰਨਾ ਥੋੜ੍ਹਾ ਕੀਤਾ ਜਿੰਨਾ ਤੁਸੀਂ ਦੱਸੀ ਜਾਂਦੇ ਆ। ਅਤੇ ਦੂਜੀ ਗੱਲ ਇਹ ਕਿ ਤੁਸੀਂ ਮੇਰੇ ਨਾਲ ਮੋਢਾ ਲਾਉਣ ਦੀ ਬਜਾਏ ਕਿ ਹਾਂ ਆਪਾਂ ਡਿਸਟਰੀਬਿਊਟਰ ਨਾਲ ਗੱਲ ਕਰੀਏ ਜਾਂ ਡਿਸਟਰੀਬਿਊਟਰ 'ਤੇ ਕੋਈ ਤੁਹਾਡਾ ਕੇਸ ਚੱਲ ਰਿਹਾ ਕੋਰਟ ਵਿੱਚ ਜਾਂ ਕੁਛ ਵੀ ਆ, ਅਸੀਂ ਤੈਨੂੰ ਸਪੋਰਟ ਕਰਦੇ ਹਾਂ ਕਿਉਂਕਿ ਸਾਡੇ ਵੀ ਪੈਸੇ ਲੱਗੇ, ਤੁਸੀਂ ਉਲਟੀ ਲੜਾਈ ਲੜੀ ਜਾਂਦੇ ਆ। ਬਾਸੀ ਸਾਹਿਬ ਨੇ ਵੀ ਨਹੀਂ ਇਹ ਗੱਲ ਸਮਝਣ ਦੀ ਟਰਾਈ ਕੀਤੀ, ਜੋਗਿੰਦਰ ਬਾਸੀ ਸਾਹਿਬ ਨੇ, ਕਿ ਹਾਂ ਪਹਿਲਾਂ ਆਪਾਂ ਹਰਜਿੰਦਰ ਦੀ ਗੱਲ ਸੁਣੀਏ, ਉਹਨੂੰ ਜੇ ਹੈਲਪ ਦੀ ਲੋੜ ਆ ਆਪਾਂ ਉਹਨੂੰ ਨਾਲ ਹੈਲਪ ਕਰੀਏ ਕਿ ਉਹਦੇ ਪੈਸੇ ਡਿਸਟਰੀਬਿਊਟਰਾਂ ਤੋਂ ਮਿਲ ਜਾਣ ਅਤੇ ਮਤਲਬ ਸਾਰਿਆਂ ਦੀ ਕਲੀਅਰ ਹੋ ਜਾਵੇ ਗੱਲ, ਤਾਂ ਹਰ ਕੋਈ ਆਪਣੇ ਆਪਣੇ ਵਧੀਆ ਹੋ ਜਾਵੇ। ਪਰ ਨਹੀਂ, ਉਸ ਗੱਲ ਨੂੰ ਜ਼ਿਆਦਾ ਖਿੱਚ ਧੂ ਕੇ ਉੱਚਾ ਨੀਵਾਂ ਕਰਕੇ ਦੱਸਿਆ ਗਿਆ। ਫਿਰ ਬਾਸੀ ਸਾਹਿਬ ਤੁਸੀਂ ਇਹ ਵੀ ਕਹਿ ਦਿੱਤਾ ਕਿ ਹਰਜਿੰਦਰ ਧਨੋਆ ਠੱਗ ਵਾ, ਚੀਟਰ ਆ, ਫਰੋਡ ਆ। ਤੁਹਾਨੂੰ ਕਿਹਨੇ ਇਹ ਹੱਕ ਦਿੱਤਾ? ਇੱਦਾਂ ਤਾਂ ਮੈਂ ਮੂੰਹ 'ਚੋਂ ਹੁਣ ਬੋਲ ਕੇ ਕਹਿੰਦਾ ਕਿ ਮੈਂ ਬਾਸੀ ਤੋਂ ਇੰਨੇ ਕਰੋੜ ਰੁਪਈਆ ਲੈਣਾ, ਪਰ ਮੈਂ ਕਿਉਂ ਝੂਠ ਬੋਲੂੰਗਾ? ਪਰ ਇਹ ਆ ਵੀ ਕੋਈ ਚੀਜ਼ ਹੁੰਦਾ ਹੈ, ਕੋਈ ਗੱਲ ਹੁੰਦੀ ਆ, ਉਹ ਉਸ ਹਿਸਾਬ ਨਾਲ ਕਹਿਣਾ ਚਾਹੀਦਾ। ਤੁਸੀਂ ਮੇਰੇ ਵਿੱਚ ਕਿਹੜੀਆਂ ਠੱਗੀਆਂ ਦੇਖੀਆਂ ਜਾਂ ਫਰੋਡ ਆ? ਜੇ ਅਗਲੇ ਨੇ ਇਨਵੈਸਟ ਕੀਤਾ ਹੈ ਤਾਂ ਉਹ ਕੋਈ ਮੈਂ ਉਹਨਾਂ ਨਾਲ ਫਰੋਡ ਕੀਤਾ ਹੈ, ਚੀਟ ਕੀਤੀ ਆ? ਬਾਕੀ ਮੈਂ ਲੁੱਕ ਕੇ ਰਹਿਣ ਵਾਲਾ ਆ ਸਾਰੀ ਪਬਲਿਕ ਦੇ ਵਿੱਚ, ਮੈਂ ਇੰਨੇ ਸਾਲ ਰਿਹਾ, ਅਤੇ ਮੈਂ ਨਹੀਂ ਲੁਕਣ ਵਾਲਾ ਹੈ। ਤਾਂ ਨਾ ਤੁਸੀਂ ਮੈਨੂੰ ਲੁਕਾਉਣ ਦੀ ਟਰਾਈ ਕਰਿਓ, ਅਤੇ ਨਾ ਇਹ ਸੋਚਿਓ
ਕਿ ਜੇ ਤੁਸੀਂ ਹੁਣ ਦੁਬਾਰਾ ਕੋਈ ਮੇਰੇ ਖਿਲਾਫ ਕੋਈ ਚੀਜ਼ ਕੀਤੀ ਤਾਂ ਮੈਂ ਮੁੜ ਕੇ ਜਵਾਬ ਨਹੀਂ ਦਊਂਗਾ। ਮੈਂ ਦਊਂਗਾ ਕਰਕੇ ਮੈਂ ਸੱਚਾ ਹਾਂ, ਮੈਂ ਝੂਠਾ ਥੋੜ੍ਹਾ ਹੈਗਾ। ਤੁਸੀਂ ਮੇਰੀ ਇੱਜ਼ਤ ਨੂੰ, ਮੇਰੀ ਰਿਸਪੈਕਟ ਨੂੰ ਢਾਹ ਲਾਈ ਆ, ਇਹ ਚੰਗਾ ਨਹੀਂ ਕੀਤਾ। ਬਾਕੀ ਹੁਣ ਮੈਂ ਤੁਹਾਨੂੰ ਜੋ ਨਹੀਂ ਦੱਸਣਾ ਚਾਹੁੰਦਾ ਸੀ ਸੰਗਤ ਨੂੰ, ਉਹ ਸੁਣ ਲਓ। ਮੇਰਾ ਮੂੰਹ ਬੰਦ ਰਹਿੰਦਾ ਤਾਂ ਬਹੁਤ ਚੰਗੀ ਗੱਲ ਸੀ, ਪਰ ਜੇ ਹੁਣ ਮਤਲਬ ਮੇਰੇ ਬਾਰੇ ਪੁੱਠਾ ਬੋਲਿਆ ਤਾਂ ਹੁਣ ਮਤਲਬ ਮੇਰਾ ਵੀ ਫਰਜ਼ ਬਣਦਾ, ਕਿਉਂਕਿ ਸਾਡੇ ਗੁਰੂਆਂ ਨੇ ਇਹ ਵੀ ਗੱਲ ਸਾਨੂੰ ਸਿਖਾਈ ਆ ਕਿ ਜੇ ਕੋਈ ਹਟਦਾ ਹੀ ਨਹੀਂ ਤੁਹਾਡੇ ਉੱਤੇ, ਤੇ ਮਤਲਬ ਫਿਰ ਤੁਸੀਂ ਵੀ ਅੱਗਿਓਂ ਉੱਦਾਂ ਦਾ ਜਵਾਬ ਦਿਓ। ਪਰ ਮੈਂ ਫਿਰ ਵੀ ਤੁਹਾਨੂੰ ਰਿਸਪੈਕਟ ਦੇ ਨਾਲ ਜਵਾਬ ਦਊਂਗਾ, ਕੋਈ ਗਲਤ ਨਹੀਂ ਬੋਲੂੰਗਾ, ਕੋਈ ਕੁਛ ਨਹੀਂ। ਤੇਜਿੰਦਰ ਜੀ, ਤੁਸੀਂ ਬਹੁਤ ਸਾਰਾ ਝੂਠ ਬੋਲ ਦਿੱਤਾ ਇਹ ਲਾਈਵ ਸ਼ੋਅ ਦੇ ਉੱਤੇ। ਤੁਸੀਂ ਰਿਐਲਿਟੀ ਨਹੀਂ ਦੱਸੀ, ਉਹ ਮੈਂ ਦੱਸਣ ਜਾ ਰਿਹਾ। ਇਹ ਗੱਲ ਉਸ ਟਾਈਮ ਦੀ ਹੈ, 2009 ਸਤੰਬਰ 28 ਤਰੀਕ ਦੀ, ਜਿਸ ਦਿਨ ਚਰਨਜੀਤ ਦਾ ਇੰਡੀਆ ਦੇ ਵਿੱਚ ਬਹੁਤ ਵਧੀਆ ਇਨਸਾਨ ਸੀ। ਮੈਨੂੰ ਬਹੁਤ ਰਿਸਪੈਕਟ ਕਰਦਾ ਸੀ ਉਹ। ਅਸੀਂ ਖੇਡ ਮੇਲਿਆਂ 'ਚ ਮਿਲਦੇ ਹੁੰਦੇ ਸੀ। ਉਹਦਾ ਕਤਲ ਹੋ ਗਿਆ ਤੇ ਅਗਲੀ ਸਵੇਰ ਨੂੰ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਉਹ ਕਿੱਥੇ ਰਹਿੰਦੇ, ਉਹਨਾਂ ਦਾ ਪਿੰਡ ਕਿਹੜਾ ਹੈਗਾ ਆ ਜਾਂ ਕੁਛ ਵੀ ਲਾ ਲਓ। ਇੰਗਲੈਂਡ 'ਚ ਮਿਲਦੇ ਸੀ, ਖੇਡ ਮੇਲੇ 'ਚ ਇੰਡੀਆ ਮਿਲਦੇ ਸੀਗੇ। ਤੇ ਮੈਨੂੰ ਅਗਲੇ ਦਿਨ ਸਵੇਰ ਨੂੰ, ਮੈਨੂੰ ਲੱਗਦਾ 29 ਤਰੀਕ ਹੋਊਗੀ, ਇੰਗਲੈਂਡ ਤੋਂ ਫੋਨ ਆਇਆ ਸੀ ਕਿਸੇ ਯਾਰ ਦੋਸਤ ਦਾ ਕਿ ਚਰਨਜੀਤ ਦੀ ਬ੍ਰੇਨ ਹੈਮਰੇਜ ਦੇ ਨਾਲ ਡੈਥ ਹੋ ਗਈ ਸ਼ਾਇਦ, ਮਤਲਬ ਜਾਂ ਉਹਨੂੰ ਹਾਰਟ ਅਟੈਕ ਆ ਗਿਆ, ਵੀ ਪਲੀਜ਼ ਉਹਦੀ ਫੈਮਿਲੀ ਇੱਥੇ ਆ, ਨੰਬਰ ਆ, ਤੂੰ ਕਰਕੇ ਪੁੱਛੀ ਵੀ ਤੂੰ ਸੋਸ਼ਲ ਕੰਮ ਕਰਦਾ ਨਾਲ, ਤੂੰ ਸਾਰਿਆਂ ਦੀ ਹੈਲਪ ਕਰਦਾ, ਤੈਨੂੰ ਸਾਰੇ ਜਾਣਦੇ ਆ ਸਾਰੇ ਡਿਪਾਰਟਮੈਂਟਾਂ 'ਚ। ਤੇ ਉਹਦੇ ਆਧਾਰ 'ਤੇ ਮੈਂ ਇਹਨਾਂ ਨੂੰ ਸਵੇਰ ਨੂੰ ਫੋਨ ਕੀਤਾ। ਇਹਨਾਂ ਦੀ ਬੇਟੀ ਅਮਨ ਨੇ ਚੱਕਿਆ, ਹੁਣ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ, ਹੁਣ ਆਪਣੀ ਮੰਮੀ ਨੂੰ ਦਿੱਤਾ ਤੇਜਿੰਦਰ ਨੂੰ। ਤੇ ਭੈਣ ਜੀ ਹੁਣੀ ਕਦੇ ਮੈਨੂੰ ਮਿਲੇ ਨਹੀਂ ਸੀਗੇ, ਨਾ ਅਮਨ ਕਦੇ ਮਿਲੀ ਸੀ, ਉਹਨਾਂ ਦੀ ਬੇਟੀ, ਜਿੱਥੋਂ ਸਾਡੀ ਗੱਲ ਸ਼ੁਰੂ ਹੋਈ। ਤੇ ਉਹ ਟੈਲੀਫੋਨ ਕਾਲ ਦੇ ਉੱਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਦਾੜਫੋਰਡ 'ਚ ਰਹਿੰਦਾ ਹਾਂ, ਤੁਸੀਂ ਨਾਲ ਰਹਿੰਦੇ ਆ ਬੈਕਸਲੀ ਸੌਰੀ ਈਰਥ ਦੇ ਲਾਗੇ। ਤੇ ਵੀ ਕੀ ਗੱਲ ਹੋਈ ਭਾਜੀ ਹੋਣਾ ਨੂੰ। ਤੇ ਇਹਨਾਂ ਨੇ ਮੈਨੂੰ ਇਹ ਫੋਨ 'ਤੇ ਕਿਹਾ ਕਿ ਉਹਨਾਂ ਦੀ ਰਾਤੀ ਡੈਥ ਹੋ ਗਈ ਤੇ ਅਸੀਂ ਬੋਡੀ ਲੈਣ ਜਾ ਰਹੇ ਹਾਂ, ਤੇ ਅਸੀਂ ਮੈਜਿਸਟਰੇਟ ਤੋਂ ਐਫੀਡੇਵਿਟ ਲਿਖਾ ਕੇ, ਮੈਂ ਸਾਈਨ ਕਰਕੇ, ਤੇ ਨਾਲ ਦੇ ਸਾਰੇ ਰਿਸ਼ਤੇਦਾਰਾਂ ਤੋਂ ਸਾਈਨ ਕਰਾ ਕੇ, ਕੁਛ ਕੌਂਸਲਰਾਂ ਤੋਂ ਸਾਈਨ ਕਰਾ ਕੇ, ਡਾਕਟਰ ਨੂੰ ਤੇ SHO ਸਕੱਤਰ ਸਿੰਘ ਇੰਸਪੈਕਟਰ ਜੋ ਸੀ ਡਿਵੀਜ਼ਨ ਨੰਬਰ 6 ਜਲੰਧਰ ਦੇ, ਤੇ ਉਹਨਾਂ ਦੇ ਨਾਲ ਜੋ DSP ਸਾਹਿਬ ਸੀਗੇ ਪਰਮਿੰਦਰ ਪੜਾਲ, ਉਹਨਾਂ ਨੂੰ ਦੇ ਦਿੱਤਾ ਹੈ ਕਿ ਅਸੀਂ ਪੋਸਟਮਾਸਟਮ ਨਹੀਂ ਕਰਾਉਣਾ। ਮੈਂ ਇਹਨਾਂ ਨੂੰ ਕਿਹਾ ਵੀ ਪੋਸਟਮਾਸਟਮ ਕਿਉਂ ਨਹੀਂ ਕਰਾਉਣਾ? ਇਹ ਕਹਿੰਦੇ ਵੀ ਪੋਸਟਮਾਸਟਮ ਅਸੀਂ ਨਹੀਂ ਕਰਾਉਣਾ ਹੈਗਾ, ਤੇ ਅਸੀਂ ਜਲਦੀ ਤੋਂ ਜਲਦੀ ਲਿਆ ਕੇ ਉਹਨਾਂ ਦੀ ਬੋਡੀ ਦਾਗ ਦੇਣੀ ਹੈ। ਤੇ ਪਤਾ ਨਹੀਂ ਉਸ ਕਾਲ ਨੂੰ ਮੈਂ ਕੱਟ ਕੇ ਇਹਨਾਂ ਵੱਲੋਂ ਤੇ ਸਿੱਧਾ ਹੀ ਕਾਲ ਪਰਮਿੰਦਰ ਪੜਾਲ ਨੂੰ ਕਰ ਦਿੱਤੀ। ਤੇ ਮੈਂ ਉਹਨੂੰ ਇਹੀ ਕਿਹਾ ਕਿ DSP ਸਾਹਿਬ, ਵੀ ਮੈਂ ਹਰਜਿੰਦਰ ਧਨੋਆ ਬੋਲਦਾ, ਵੀ ਇੱਦਾਂ ਦਾ ਇੱਕ ਰਾਤ ਦਾ ਪੇਸ਼ੈਂਟ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਸਟਮ ਨਹੀਂ ਕਰਾ ਰਿਹਾ ਘਰ ਦੇ, ਵੀ ਉਹਦੀ ਵਜ੍ਹਾ ਕੀ ਆ? ਉਹ ਕਹਿੰਦਾ ਵੀ ਉਹਨਾਂ ਨੇ ਐਫੀਡੇਵਿਟ ਦਿੱਤਾ ਆ ਤੇ ਮਤਲਬ ਉਹ ਬੋਡੀ ਮੰਗ ਰਹੇ ਆ, ਉਹ ਕਹਿੰਦੇ ਵੀ ਪੋਸਟਮਾਸਟਮ ਨਹੀਂ ਕਰਾਉਣਾ ਹੈਗਾ। ਤੇ ਵੀ ਸਾਰਾ ਪਰਿਵਾਰ ਆਇਆ ਹੋਇਆ। ਤੇ ਮੈਂ ਉਹਨੂੰ ਇਹ ਕਿਹਾ ਕਿ ਦੇਖੋ, ਇਹ ਇੰਗਲੈਂਡ ਤੋਂ ਆਏ ਆ, ਇਹਨਾਂ ਨੂੰ ਸ਼ਾਇਦ ਕਾਇਦਾ ਕਾਨੂੰਨ ਨਹੀਂ ਪਤਾ, ਇਹਨਾਂ ਨੇ ਸ਼ਾਇਦ ਉੱਥੇ ਕਿਸ ਤਰ੍ਹਾਂ ਦਾ ਲੋਨ ਲਿਆ ਹੋਵੇ, ਮੌਰਗੇਜ ਲਈ ਹੋਵੇ, ਇੰਸ਼ੋਰੈਂਸ ਹੋਵੇ, ਉਹ ਮਿਲਣੀ ਨਹੀਂ ਹੈਗੀ ਅਗਰ ਪੋਸਟਮਾਸਟਮ ਦੀ ਰਿਪੋਰਟ ਨਾ ਹੋਈ। ਤੁਸੀਂ ਪੋਸਟਮਾਸਟਮ ਜ਼ਰੂਰ ਕਰਾਓ। ਉਹ ਸਭ ਤੋਂ ਵੱਡੀ ਮੇਰੀ ਗਲਤੀ ਸੀ ਇੰਨੀ ਗੱਲ ਕਹਿਣੀ। ਜਦੋਂ ਮੈਂ ਇੰਨਾ ਕਿਹਾ ਤਾਂ ਉਹਨਾਂ ਨੇ ਪੋਸਟਮਾਸਟਮ ਕਰਾ ਦਿੱਤਾ ਪੁਲਿਸ ਵਾਲਿਆਂ ਨੇ। ਤੇ ਜਦੋਂ ਪਤਾ ਲੱਗਾ ਕਿ ਚਰਨਜੀਤ ਦੇ ਸਿਰ ਦੇ ਵਿੱਚੋਂ ਗੋਲੀ ਨਿਕਲੀ, ਤਾਂ ਇਹ ਸਾਰੇ ਜਾਣੇ ਹਸਪਤਾਲ ਦੇ ਵਿੱਚੋਂ, ਉੱਥੋਂ ਕੋਈ ਦੇਖਣ ਨੂੰ ਨਹੀਂ ਮਿਲਿਆ, ਨਾ ਕੋਈ ਕੌਂਸਲਰ, ਨਾ ਤੇਜਿੰਦਰ, ਨਾ ਕੋਈ ਉਹਦਾ ਕੋਈ ਰਿਸ਼ਤੇਦਾਰ, ਸਭ ਦੌੜ ਗਏ। ਇਹ ਸ਼ੌਕਿੰਗ ਗੱਲ ਸੀ ਸਾਰਿਆਂ ਵਾਸਤੇ। ਅਗਰ ਇਹ ਬਿਨਾਂ ਪੋਸਟਮਾਸਟਮ ਦੇ ਉਹਦਾ ਫਿਊਨਰਲ ਕਰ ਦਿੰਦੇ
ਤਾਂ ਸਾਰੀ ਗੱਲ ਗੋਲ ਮਰੋੜ ਰਹਿ ਜਾਣੀ ਸੀ। ਬਸ ਮੇਰਾ ਇੰਨਾ ਹੀ ਕਸੂਰ ਆ ਕਿ ਮੈਂ ਪੋਸਟਮਾਸਟਰ ਲਈ ਕਹਿ ਬੈਠਾ, ਜਿਹਦੇ ਵਿੱਚ ਮੈਨੂੰ ਕੀ ਇਹਦੇ ਵਿੱਚੋਂ ਮਿਲਣਾ ਸੀਗਾ, ਮੈਂ ਕੀ ਲੈਣਾ ਦੇਣਾ ਸੀ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬੋਡੀ ਮਿਲੀ ਪੋਸਟਮਾਸਟਰ ਤੋਂ ਬਾਅਦ, ਅਤੇ ਮੈਂ ਦਾਗਾਂ ਦੇ ਉੱਤੇ ਇਹਨਾਂ ਦੇ ਪਿੰਡ ਗਿਆ ਅਟਾਲਗੜ੍ਹ। ਉੱਥੇ ਤੇਜਿੰਦਰ, ਅਮਨ, ਇਹਨਾਂ ਦੀ ਬੇਟੀ, ਇਹਨਾਂ ਦਾ ਬੇਟਾ ਗਗਨ ਉਸ ਟਾਈਮ ਇੰਡੀਆ ਗਿਆ ਸੀ, ਅਤੇ ਇਹਨਾਂ ਦੀ ਮਦਰ ਇਨ ਲੋ ਸੁਰਿੰਦਰ ਕੌਰ, ਅਤੇ ਇਹਨਾਂ ਦੀ ਸਿਸਟਰ ਇਨ ਲੋ ਸੁਖਮਿੰਦਰ ਕੌਰ ਜੋ LLB ਵਕੀਲ ਹਨ ਜਲੰਧਰ ਦੇ ਵਿੱਚ, ਅਤੇ ਇਹਨਾਂ ਦਾ ਜੀਜਾ ਬੂਟਾ ਸਿੰਘ, ਅਤੇ ਬਹੁਤ ਸਾਰੇ ਹੋਰ ਰਿਸ਼ਤੇਦਾਰ ਘਰ ਦੇ ਵਿੱਚ ਸੀ। ਅਤੇ ਮੈਂ ਉਸ ਵੇਲੇ ਅਫਸੋਸ ਕਰਕੇ ਫਿਊਨਰਲ ਤੋਂ ਬਾਅਦ ਗੁਰਦੁਆਰਿਓਂ ਹੋ ਕੇ ਆਪਣੇ ਘਰ ਵਾਪਸ ਆ ਗਿਆ। ਉਸ ਤੋਂ ਬਾਅਦ ਮੈਨੂੰ ਤੇਜਿੰਦਰ ਦੇ ਫੋਨ ਆਏ ਕਿ ਸਾਨੂੰ ਪੰਜਾਬ ਪੁਲਿਸ ਵਾਲੇ ਤੰਗ ਕਰ ਰਹੇ ਆ, ਅਤੇ ਉਹ ਕਹਿ ਰਹੇ ਕਿ ਮਰਡਰ ਤੁਸੀਂ ਕੀਤਾ ਆ, ਵੀ ਮੇਰੀਆਂ ਜਿਹੜੇ ਸਹੁਰਾ ਪਰਿਵਾਰ ਆ ਉਹ ਮੇਰੇ 'ਤੇ ਇਲਜ਼ਾਮ ਲਾ ਰਹੇ ਆ ਵੀ ਮਰਡਰ ਇਹਨੇ ਕਰਾਇਆ, ਤਾਂ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਨੂੰ ਇਸ ਕੇਸ ਦੇ ਵਿੱਚ ਉਲਝਾਇਆ ਨਾ ਜਾਵੇ ਅਤੇ ਅਸੀਂ ਸਹੀ ਸਲਾਮਤ ਇੰਗਲੈਂਡ ਪਹੁੰਚ ਜਾਈਏ ਵਾਪਸ। ਇਹਨਾਂ ਦੇ ਬੇਟੇ ਨੇ ਉਸੇ ਦਿਨ ਆਪਣੀ ਟਿਕਟ ਲਈ, ਉਹ ਉਸੇ ਦਿਨ ਵਾਪਸ ਆ ਗਿਆ ਫਿਊਨਰਲ ਤੋਂ ਸਿੱਧਾ ਹੀ ਏਅਰਪੋਰਟ ਤੋਂ ਹੁੰਦਾ ਹੋਇਆ, ਅਤੇ ਤੇਜਿੰਦਰ ਅਤੇ ਇਹਦੀ ਬੇਟੀ ਉੱਥੇ ਰਹੇ, ਅਤੇ ਇਹਨਾਂ ਨੂੰ ਇਨਵੈਸਟੀਗੇਟ ਲਈ ਜੋ ਸਾਡੇ ਅਫਸਰ ਸਾਹਿਬਾਨ ਸੀ ਜਾਂ SHO ਸਾਹਿਬ ਸੀਗੇ 6 ਨੰਬਰ ਡਿਵੀਜ਼ਨ ਦੇ, ਉਹ ਸੱਦਦੇ ਰਹੇ, ਅਤੇ ਮੈਂ ਵੀ ਨਾਲ ਗਿਆ 1-2 ਵਾਰ, ਮੇਰੇ ਸਾਥੀ ਵੀ ਗਏ, ਮੇਰੇ ਪਿੰਡੋਂ ਵੀ ਮੈਂ ਭੇਜਿਆ ਕਿ ਹਾਂ ਨਾ ਇਨਸਾਫੀ ਨਾ ਹੋਵੇ। ਤਾਂ ਕੁਛ ਦਿਨ ਪੈਣ ਤੋਂ ਬਾਅਦ 1 ਹਫ਼ਤਾ ਜਿਨ੍ਹਾਂ ਨੇ ਚਰਨਜੀਤ ਦਾ ਕਤਲ ਕੀਤਾ ਸੀ ਉਹ ਅਰੈਸਟ ਹੋ ਗਏ ਆਪੇ ਹੀ, ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਅਰੈਸਟ ਕਰ ਲਿਆ, ਅਤੇ ਉਹਨਾਂ ਨੇ ਦੱਸਿਆ ਕਿ ਹਾਂ ਸਾਡਾ ਲੈਣ ਦੇਣ ਦੀ ਗੱਲ ਸੀ, ਅਤੇ ਇਸ ਕਰਕੇ ਸਾਡਾ ਝਗੜਾ ਹੋ ਗਿਆ ਸੀ, ਜਿਹਦਾ ਕਰਕੇ ਇਹ ਕਤਲ ਹੋ ਗਿਆ। ਜਦੋਂ ਪੁਲਿਸ ਨੇ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਤੇਜਿੰਦਰ ਦਾ ਨਾਂ ਹੀ ਲਾਇਆ। ਜਿਹੜਾ ਇਨਸਾਨ ਮੇਨ ਮਰਡਰ ਕਰਨ ਵਾਲਿਆਂ 'ਚ ਸੀ, ਉਹਨੇ ਇਹ ਕਿਹਾ ਕਿ ਮੈਂ ਵਿਜ਼ਟਰ ਵੀਜ਼ੇ ਦੇ ਉੱਤੇ ਇੰਗਲੈਂਡ ਤੇਜਿੰਦਰ ਹੋਣਾ ਦੇ ਘਰ ਰਿਹਾ ਕਿੰਨਾ ਚਿਰ। ਫਿਰ ਇਹਨਾਂ ਨੇ ਮੈਨੂੰ ਕੰਮ 'ਤੇ ਵੀ ਆਪਣੇ ਰੱਖਿਆ, ਤਾਂ ਮੈਂ ਇਹਨਾਂ ਦੇ ਘਰ ਹੀ ਰਹਿੰਦਾ ਹੁੰਦਾ ਸੀ, ਤਾਂ ਸਾਡਾ ਖਾਣਾ ਪੀਣਾ ਸਾਂਝੀ ਸੀ, ਅਤੇ ਨਾਲ ਹੀ ਇਹਨਾਂ ਦੇ ਮੈਂ ਦਫ਼ਤਰ 'ਚ ਕੰਮ ਕਰਦਾ ਸੀਗਾ ਮਾੜਾ ਮੋਟਾ ਕਲਰਕ ਦਾ। ਤੇਜਿੰਦਰ ਨੇ ਹੁਣ ਆਹ ਲਾਈਵ ਸ਼ੋਅ ਦੇ ਵਿੱਚ ਕਿਹਾ ਕਿ ਉਹ ਸਾਡਾ ਅਕਾਊਂਟੈਂਟ ਸੀਗਾ, ਇਹ ਝੂਠ ਨਹੀਂ ਹੈ। ਫਿਰ ਉਹ ਇਹ ਵੀ ਨਹੀਂ ਦੱਸਿਆ ਤੇਜਿੰਦਰ ਨੇ ਕਿ ਅਸੀਂ ਉਹਨੂੰ ਵਿਜ਼ਟਰ ਸਾਡੇ ਕੋਲ ਰਹਿੰਦਾ ਸੀ, ਸਾਡੇ ਘਰ ਰਹਿੰਦਾ ਸੀ, ਅਤੇ ਸਾਡੇ ਨਾਲ ਹੀ ਚਾਹ ਪਾਣੀ ਪੀਂਦਾ ਸੀਗਾ। ਇਹ ਵੀ ਗੱਲ ਇਹਨੂੰ ਲਾਈਵ ਸ਼ੋਅ 'ਚ ਦੱਸਣੀ ਚਾਹੀਦੀ ਸੀ। ਜਦੋਂ ਆਪਾਂ ਬਾਕੀ ਕਿਸੇ ਦੀ ਮਿੱਟੀ ਪੱਟ ਰਹੇ ਹਾਂ, ਫਿਰ ਆਪਣੇ ਬਾਰੇ ਵੀ ਸਾਰਾ ਕੁਛ ਦੱਸੋ। ਕੀ ਪਤਾ ਤੁਸੀਂ ਚੰਗੇ ਇਨਸਾਨ ਦੀ ਮਿੱਟੀ ਵੈਸੇ ਹੀ ਪੱਟ ਦਿੱਤੀ ਜਿਹੜੀ ਬਣਦੀ ਨਹੀਂ ਸੀ। ਅਤੇ ਉਸ ਤੋਂ ਬਾਅਦ ਇਹ ਸਹੁਰੇ ਪਰਿਵਾਰ ਨਾਲ ਇਹਨਾਂ ਦੀ ਮੈਨੂੰ ਨਹੀਂ ਪਤਾ ਕਿਹੜੀ ਗੱਲ ਤੋਂ ਗੜਬੜ ਹੋਈ। ਮੈਨੂੰ ਵੀ ਉਹਨਾਂ ਨੇ ਬੁਲਾਇਆ ਕਿ ਅਸੀਂ ਵੀ ਇੱਕ ਮੋਹਤਵਾਰ ਬੰਦੇ ਹਾਂ ਆਪਣੇ ਪਿੰਡ ਦੇ। ਉਹਨਾਂ ਮੈਨੂੰ ਕਿਹਾ ਕਿ ਤੇਜਿੰਦਰ ਦੀ ਮਦਦ ਨਾ ਕਰਿਓ, ਤੁਸੀਂ ਇਹਦੀ ਨੇਚਰ ਨਹੀਂ ਜਾਣਦੇ ਹੈਗੇ, ਤੁਸੀਂ ਵੀ ਬਾਅਦ 'ਚ ਪਛਤਾਓਗੇ। ਪਰ ਮੈਨੂੰ ਇਹ ਗੱਲ ਲੱਗੀ ਕਿ ਪਤਾ ਨਹੀਂ ਇਹ ਕੱਲ੍ਹ ਹੀ ਇੱਦਾਂ ਕਹਿ ਰਹੇ ਆ। ਤੇਜਿੰਦਰ ਤਾਂ ਇਹਦੀ ਬੇਟੀ ਆਲਰੇਡੀ ਵਿਚਾਰੇ ਪਰੇਸ਼ਾਨ ਹੋਏ ਆ, ਅਤੇ ਮਤਲਬ ਇਹਨਾਂ ਦੀ ਮਦਦ ਕਰੀਏ ਤਾਂ ਕਿ ਆਪਣੇ ਸਹੀ ਸਲਾਮਤ ਘਰ ਵਾਪਸ ਇੰਗਲੈਂਡ ਪਹੁੰਚ ਜਾਣ। ਚਲੋ ਉਸ ਦੌਰਾਨ ਦੇ ਵਿੱਚ ਇਹਨਾਂ ਦੇ ਪਾਸਪੋਰਟ ਪੁਲਿਸ ਨੇ ਰੱਖੇ ਸੀਗੇ, ਅਤੇ LOC ਖੁੱਲ੍ਹੀ ਸੀਗੀ ਇਹਨਾਂ ਦੀ ਏਅਰਪੋਰਟ ਦੇ ਉੱਤੇ ਤਾਂ ਕਿ ਇੰਡੀਆ ਨਹੀਂ ਛੱਡ ਕੇ ਜਾ ਸਕਦੇ ਹੈਗੇ। ਚਲੋ ਜਦੋਂ ਸਹੀ ਕਾਤਲ ਫੜ ਹੋ ਗਏ, ਇਹਨਾਂ ਨੂੰ ਉਹਨਾਂ ਨੇ ਸੱਦ ਕੇ, ਅਤੇ ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਇਹਨਾਂ ਨੂੰ ਸੱਦਿਆ ਤਾਂ ਇਹਨਾਂ ਨੂੰ ਪਾਸਪੋਰਟ ਮਿਲ ਗਏ। ਤਾਂ ਇਹ ਫਿਰ ਮੈਨੂੰ ਮਿਲਣ ਆਏ, ਕਹਿੰਦੇ ਵੀ ਆਪਾਂ ਮਤਲਬ ਮੇਰੇ ਘਰ। ਫਿਰ ਇਹਨਾਂ ਨੇ
ਇਹ ਵੀ ਝੂਠ ਬੋਲਿਆ ਹੁਣ ਲਾਈਵ ਸ਼ੋਅ 'ਚ ਆ ਕੇ ਕਿ ਹਰਜਿੰਦਰ ਨਾਲ ਤਾਂ ਸਾਡੀ ਫੋਨਾਂ 'ਤੇ ਗੱਲ ਹੁੰਦੀ ਸੀਗੀ, ਅਸੀਂ ਉਹਨਾਂ ਦੇ ਕਦੇ ਘਰੇ ਨਹੀਂ ਗਏ। ਕਿੰਨੀ ਸ਼ਰਮ ਵਾਲੀ ਗੱਲ ਆ ਤੇਜਿੰਦਰ। ਤੇ ਇੰਨਾ ਝੂਠ ਬੋਲ ਕੇ ਕੀ ਫਾਇਦਾ ਮੈਨੂੰ? ਤੁਸੀਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਏਅਰਪੋਰਟ 'ਤੇ ਚੜ੍ਹਨ ਗਏ ਅੰਮ੍ਰਿਤਸਰ, ਫਿਰ ਤੁਸੀਂ ਇੰਗਲੈਂਡ ਪਹੁੰਚੇ, ਉਸ ਤੋਂ ਬਾਅਦ ਤੁਸੀਂ ਇੰਡੀਆ ਵਾਪਸ ਆਏ 2010 ਦੇ ਵਿੱਚ। 2 ਹਫ਼ਤੇ ਏਅਰ ਇੰਡੀਆ ਦੇ ਵਿੱਚ ਅੰਮ੍ਰਿਤਸਰ ਨੂੰ ਆਏ ਸੀ ਤੇ ਅੰਮ੍ਰਿਤਸਰੋਂ ਗਏ ਸੀ। ਉਹ 2 ਹਫ਼ਤੇ ਹੀ ਏਅਰਪੋਰਟ ਤੋਂ ਲੱਗ ਕੇ ਵਾਪਸ ਏਅਰਪੋਰਟ ਤੱਕ ਤੁਸੀਂ ਮੇਰੇ ਕੋਲ ਹੀ ਘਰੇ ਰਹੇ। ਤੁਸੀਂ ਕਿੱਦਾਂ ਇਹ ਚੀਜ਼ ਨੂੰ ਇਗਨੋਰ ਕਰ ਸਕਦੇ ਆ? ਮੇਰੇ ਤੋਂ ਸਬੂਤ ਵਾ ਤੁਹਾਡੇ। ਬਾਸੀ ਸਾਹਿਬ ਇਹ ਗੱਲ ਹੀ ਨਹੀਂ ਇਹਨਾਂ ਨੇ ਤੁਹਾਨੂੰ ਦੱਸਿਆ, ਇਹ ਗੱਲਾਂ, ਇਹ ਗੱਲ ਹੀ ਝੂਠ ਬੋਲੇ ਤੁਹਾਡੇ ਚੈਨਲ 'ਤੇ ਆ ਕੇ। ਫਿਰ ਜਦੋਂ ਇਹਨਾਂ ਦੇ ਬੇਟੇ ਦੀ ਡੈਥ ਹੋਈ ਆ, ਬਹੁਤ ਦੁੱਖ ਲੱਗਾ। ਇਹਨਾਂ ਨੇ ਮੈਨੂੰ ਫ਼ੋਨ ਕੀਤਾ ਕਿ ਮੇਰੇ ਬੇਟੇ ਦੀ ਇੱਦਾਂ ਇੱਦਾਂ ਡੈਥ ਹੋ ਗਈ। ਮੈਨੂੰ ਬਹੁਤ ਦੁੱਖ ਲੱਗਾ। ਉਸ ਤੋਂ ਬਾਅਦ ਇਹਨਾਂ ਨੇ ਇਹ ਇੰਡੀਆ ਨੂੰ ਫੇਰ ਆਏ ਆ ਆਪਣੇ ਬੇਟੇ ਦੇ ਹਸਤ ਲੈ ਕੇ। ਇਹਨਾਂ ਨੂੰ ਏਅਰਪੋਰਟ ਤੋਂ ਲੱਗ ਕੇ ਵਾਪਸ ਏਅਰਪੋਰਟ ਤੱਕ ਆਪਣੇ ਕੋਲ ਰੱਖਿਆ ਤੇ ਮਾਣ ਇੱਜ਼ਤ ਨਾਲ ਵਾਪਸ ਛੱਡ ਕੇ ਗਏ ਕਿ ਆਪਣੇ ਵਾਪਸ ਫੇਰ ਘਰ ਨੂੰ ਜਾਵੇ। ਇਹਨਾਂ ਦਾ ਇੰਡੀਆ ਦੇ ਵਿੱਚ ਕੇਸ ਚੱਲਦਾ, ਇਹਨਾਂ ਨੂੰ ਕੋਈ ਕੁਛ ਕਰ ਨਾ ਦੇਵੇ ਜਾਂ ਕੁਛ ਵੀ ਹੋ ਸਕਦਾ ਆ। ਉਹ ਵੀ ਤੁਸੀਂ ਨਹੀਂ ਦੱਸਿਆ ਤੇਜਿੰਦਰ। ਤੁਸੀਂ ਮੈਨੂੰ ਕਿੱਦਾਂ ਜਾਣਦੇ ਆ? ਤੁਸੀਂ ਮੇਰੇ ਕੋਲ ਘਰੇ ਰਹਿੰਦੇ ਰਹੇ ਆ, ਉੱਥੇ ਖਾਂਦੇ ਰਹੇ ਆ, ਤੁਸੀਂ ਸਾਡੇ ਗੱਡੀਆਂ 'ਚ ਘੁੰਮਦੇ ਰਹੇ ਆ। ਫਿਰ ਝੂਠ ਬੋਲਣ ਦੀ ਕੀ ਜ਼ਰੂਰਤ ਆ? ਫਿਰ ਇਹਨਾਂ ਨੇ ਇੰਗਲੈਂਡ ਵਾਪਸ ਆ ਕੇ ਆਪਣੇ ਬੱਚੇ ਦੇ ਹਸਤ ਜਲ ਪ੍ਰਵਾਹ ਕਰਕੇ ਜਦੋਂ ਵਾਪਸ ਇੰਗਲੈਂਡ ਆਏ ਤਾਂ ਇਹਨਾਂ ਨੇ ਮੈਨੂੰ ਫ਼ੋਨ ਕੀਤਾ। 2012 ਦੀ ਗੱਲ ਹੋਊਗੀ, ਫਿਲਮ ਰਿਲੀਜ਼ ਹੋਣ ਤੋਂ ਬਾਅਦ ਦੀ, ਕਿ ਫਿਲਮ ਰਿਲੀਜ਼ ਹੋ ਗਈ ਆ, ਵੀ ਜਦੋਂ ਤੁਹਾਡਾ ਹਿਸਾਬ ਹੋ ਗਿਆ ਤੁਸੀਂ ਸਾਨੂੰ ਸਾਡਾ ਵੀ ਕਰ ਦਿਓ, ਜਿੰਨਾ ਵੀ ਸਾਡਾ ਵਿੱਚ ਤਿਲ ਫੁੱਲ ਹੈਗਾ। ਮੈਂ ਇਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਜਦੋਂ ਮੇਰਾ ਹਿਸਾਬ ਹੋਇਆ ਆਪਾਂ ਜ਼ਰੂਰ ਕਰਾਂਗੇ, ਕਿਉਂਕਿ ਮੈਜੋਰਟੀ ਪੈਸੇ ਮੇਰੇ ਉਹਦੇ ਵਿੱਚ ਲੱਗੇ ਸੀਗੇ ਫਿਲਮ 'ਚ। ਤੇ ਉਸ ਦੌਰਾਨ ਇਹਨਾਂ ਨੇ ਮੈਨੂੰ ਇੱਕ ਕਾਲ ਕੀਤੀ ਸੀ ਇੰਗਲੈਂਡ ਤੋਂ, ਜਿੱਥੋਂ ਮੈਂ ਫ਼ੋਨ ਬੰਦ ਕੀਤਾ ਇਹਨਾਂ ਦਾ ਸੁਣਨਾ ਤਾਂ ਕਰਨਾ, ਜਿਹੜਾ ਇਹ ਕਹਿੰਦੇ ਕਿ ਸਾਡੇ ਫ਼ੋਨ ਨਹੀਂ ਚੱਕੇ। ਇਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਜਿਨ੍ਹਾਂ ਨੇ ਮੇਰਾ ਬੇਟਾ ਦੀ ਡੈਥ ਕੀਤੀ ਆ, ਜਾਂ ਇਹਨਾਂ ਦੀ ਨਨਾਣ ਵਾ ਜਿਹੜੀ ਵਕੀਲ ਵਾ, ਜਾਂ ਜਿਨ੍ਹਾਂ ਨੇ ਚਰਨਜੀਤ ਭਾਵੇਂ ਉਹ ਜੇਲ੍ਹ 'ਚ ਜਾਣੇ ਆ, ਵੀ ਮੈਂ ਉਹਨਾਂ ਸਾਰਿਆਂ ਨੂੰ ਜੀਂਦੇ ਨਹੀਂ ਛੱਡਣਾ ਹੈ, ਵੀ ਮੈਂ ਕਿਸੇ ਨਾ ਕਿਸੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਕੁਛ ਨਾ ਕੁਛ ਕਰਾ ਦੇਣਾ। ਅਤੇ ਮੈਨੂੰ ਇਹ ਲੱਗਾ ਕਿ ਤੇਜਿੰਦਰ ਗੁੱਸੇ 'ਚ ਆ ਕੇ ਕ੍ਰਿਮੀਨਲ ਮਾਈਂਡ ਹੋਈ ਜਾਂਦੀ ਆ, ਅਤੇ ਮਤਲਬ ਅਗਰ ਕੱਲ੍ਹ ਨੂੰ ਕੋਈ ਗੱਲ ਹੋ ਗਈ ਤਾਂ ਮੈਂ ਇਸ ਚੱਕਰ 'ਚ ਨਹੀਂ ਫਸਣਾ ਹੈਗਾ। ਇਸ ਕਰਕੇ ਮੈਂ ਇਹਨਾਂ ਦਾ ਫ਼ੋਨ ਇਗਨੋਰ ਮਾਰਨਾ ਸ਼ੁਰੂ ਕਰਤਾ। ਇਸ ਗੱਲ ਤੋਂ ਨਹੀਂ ਕਿ ਸਾਡਾ ਕੋਈ ਹਿਸਾਬ ਕਿਤਾਬ ਹੋਊਗਾ। ਕੋਈ ਵੀ ਜਾਣਾ ਕਿਸੇ ਨੂੰ ਥ੍ਰੈਟ ਕਰ ਰਿਹਾ, ਕੱਲ੍ਹ ਨੂੰ ਕੋਈ ਮਰ ਗਿਆ, ਉਸ ਚੱਕਰਾਂ 'ਚ ਮੈਂ ਨਹੀਂ ਫਸਣਾ, ਕਿਉਂਕਿ ਮੇਰਾ ਪਿਛੋਕੜ ਕਿਸੇ ਨੂੰ ਉਲਟ ਫੁਲਟ ਕੰਮਾਂ ਦਾ ਨਹੀਂ ਹੈ। ਉਸ ਤੋਂ ਉਪਰੰਤ ਇਹਨਾਂ ਨੇ ਇੰਗਲੈਂਡ ਵਿੱਚ ਆਪਣਾ ਕਿਸੇ ਨਾਲ ਵੈਸੇ ਹੀ ਮੈਰਿਜ ਕਰ ਲਈ। 2-3 ਸਾਲ ਉਹਨੂੰ ਘਰੇ ਰੱਖਿਆ, ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਉੱਤੇ ਵੀ ਇਲਜ਼ਾਮ ਲਾਤੇ, ਉੱਤੇ ਵੀ ਕੇਸ ਪਾਤੇ ਵੀ ਸਾਡੇ ਪੈਸੇ ਲੈ ਗਿਆ। ਉਸ ਇਨਸਾਨ ਦਾ ਵੀ ਮੈਨੂੰ ਲੱਗਦਾ ਕੋਈ ਕਸੂਰ ਨਹੀਂ ਸੀ। ਫਿਰ ਇਹਨਾਂ ਨੇ ਕਿਹਾ ਕਿ ਹਰਜਿੰਦਰ ਧਨੋਏ ਦਾ ਤਲਾਕ ਹੋਇਆ। ਕਿੰਨੀ ਝੂਠ ਵਾਲੀ ਸ਼ਰਮ ਵਾਲੀ ਗੱਲ ਆ। ਮੈਂ ਆਪਣੇ ਪਰਿਵਾਰ ਦੇ ਨਾਲ ਕੱਲ੍ਹ ਹੀ ਤਲਾਕ ਕਰੂੰਗਾ, ਮੇਰਾ ਦਿਮਾਗ ਖਰਾਬ ਹੋਇਆ। ਅਸੀਂ ਇਕੱਠੇ ਰਹਿੰਦੇ ਹਾਂ, ਸਾਰਾ ਕੁਛ ਠੀਕ ਠਾਕ ਵਾ। ਉਸ ਤੋਂ ਬਾਅਦ 2014 ਦੀ ਨਵੰਬਰ ਨੂੰ ਇਹਨਾਂ ਨੇ ਇੱਕ ਹੋਰ ਪਲੇਨ ਘੜਿਆ। ਤੇਜਿੰਦਰ ਨੇ, ਇੱਕ ਇਨਸਾਨ ਆ ਜੋਗਾ ਸਿੰਘ,
ਜੋ ਈਰਥ ਵਿੱਚ ਰਹਿ ਰਿਹਾ, ਤੇ ਦੇਵ ਤਿਆਗੀ। ਉਹਨਾਂ ਨੂੰ ਕੰਟੈਕਟ 'ਚ ਮੈਨੂੰ ਨਹੀਂ ਪਤਾ ਕਿੱਦਾਂ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨਾਲ ਇਹ ਗੱਲ ਕੀਤੀ ਕਿ ਤੁਸੀਂ ਹਰਜਿੰਦਰ ਨੂੰ, ਵੀ ਮੇਰਾ ਹਿਸਾਬ ਆ ਤੇ ਮੈਂ ਤੁਹਾਨੂੰ 1 ਕਰੋੜ ਰੁਪਈਆ ਦਊਂਗੀ, ਤੁਸੀਂ ਹਰਜਿੰਦਰ ਨੂੰ ਮਾਰ ਦਿਓ ਇੰਡੀਆ ਜਾ ਕੇ, ਜਾਂ ਉਹਦੀ ਫੈਮਿਲੀ ਨੂੰ ਇੱਥੇ ਇੰਨਾ ਥ੍ਰੈਟ ਕਰ ਦਿਓ ਕਿ ਉਹਨਾਂ ਨੂੰ ਕੁਛ ਕਰ ਦਿਓ, ਕਿਡਨੈਪ ਕਰ ਲਓ, ਕੁਛ ਵੀ ਕਰ ਲਓ। ਜੋਗਾ ਤੇ ਦੇਵ ਤਿਆਗੀ, ਦਾੜਫੋੜ ਵਿੱਚ ਸਾਡਾ ਇੰਪਲੋਇਮੈਂਟ ਦਾ ਆਫਿਸ ਸੀਗਾ। ਸਾਡੇ ਕੋਲ ਵੀਡੀਓ ਕਲਿੱਪਸ ਹੈਗੇ ਆ। ਉਹ ਰਿਸੈਪਸ਼ਨ ਵਾਲਿਆਂ ਨੂੰ ਝੂਠ ਬੋਲ ਕੇ ਸਿੱਧਾ ਆਫਿਸ ਦੇ ਵਿੱਚ ਜਾ ਕੇ ਮੇਰੀ ਵਾਈਫ ਨੂੰ ਥ੍ਰੈਟ ਕੀਤਾ। ਉਹਨਾਂ ਨੇ ਬਲੈਕਮੇਲ ਕਰਨ ਦੀਆਂ ਟਰਾਈਆਂ ਕੀਤੀਆਂ। ਤੇਜਿੰਦਰ ਦੇ ਕਹਿਣ 'ਤੇ ਮੇਰੀ ਵਾਈਫ ਦੀਆਂ ਫੋਟੋ ਐਡਿਟ ਕੀਤੀਆਂ ਗਈਆਂ, ਪਰ ਅਸੀਂ ਘਬਰਾਏ ਨਹੀਂ, ਕਿਉਂਕਿ ਅਸੀਂ ਸੱਚੇ ਹਾਂ, ਸਾਨੂੰ ਕੋਈ ਡਰ ਨਹੀਂ ਹੈ। ਫਿਰ ਜੋਗੇ ਨੇ ਮੈਨੂੰ ਫੋਨ ਕੀਤੇ, ਮੈਸੇਜ ਪਾਏ ਫੇਸਬੁੱਕਾਂ 'ਤੇ। ਦੇਵ ਤਿਆਗੀ ਨੇ ਮੈਨੂੰ ਕੰਟੈਕਟ ਕੀਤਾ ਕਿ ਤੇਜਿੰਦਰ ਹੀ ਸਾਰਾ ਕੁਛ ਕਰਾ ਰਹੀ ਆ। ਉਹ ਮੇਰੇ ਕੋਲ ਸਾਰੇ ਸਬੂਤ ਹੈਗੇ, ਫੇਸਬੁੱਕਾਂ ਵਾਲੇ, ਕਾਲਾਂ ਵਾਲੇ, ਸਾਰਾ ਕੁਛ ਟੋਟਲ। ਫਿਰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਇਹ ਤੇਰੇ ਉੱਤੇ ਜਾਣ ਕੇ ਕੋਈ ਨਾ ਕੋਈ ਸਾਡੇ ਥਰੂ ਸ਼ਾਇਦ ਕੇਸ ਕਰਾ ਦੇਵੇ, ਵੀ ਇਹ ਪਲੈਨਿੰਗ ਚੱਲ ਰਹੀ ਆ ਕਿ ਹਰਜਿੰਦਰ ਨੂੰ ਇੰਡੀਆ ਜਾ ਕੇ ਰੇਪ ਕੇਸ 'ਚ ਦਿੱਲੀ ਫਸਾ ਦਿਓ ਕਿਸੇ ਨੂੰ ਲੈ ਦੇ ਕੇ। ਜਦੋਂ ਤੇਜਿੰਦਰ ਉਸ ਵੇਲੇ ਆਪਣੀ ਬੇਟੀ ਦੇ ਨਾਲ, ਜਿੱਥੇ ਬੇਟੀ ਪਹਿਲਾਂ ਵਿਆਹੀ ਸੀ, ਉਹ ਕੁੜਮਾਂ ਦੇ ਨਾਲ ਇਹ ਦਿੱਲੀ ਗਏ ਆ, ਹੋਟਲ 'ਚ ਰਹੇ ਜੋਗੇ ਹੁਣਾਂ ਦੇ ਨਾਲ। ਅਤੇ ਇਹਨਾਂ ਨੇ ਬਹੁਤ ਸਾਰੇ ਮੈਨੂੰ ਫੋਨ ਕੀਤੇ ਕਿ ਤੂੰ ਥ੍ਰੈਟ ਕੀਤਾ ਕਿ ਤੂੰ ਦਿੱਲੀ ਪਹੁੰਚ, ਨਹੀਂ ਤਾਂ ਅਸੀਂ ਤੈਨੂੰ ਚੁਕਾਉਣਾ ਇੱਥੋਂ, ਤਾਂ ਐਂ ਕਰਨੀ ਤਾਂ ਉਹ ਕਰਨੀ ਆ। ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਕੋਈ ਡਰ ਨਹੀਂ ਹੈ, ਮੈਂ ਸਹੀ ਹਾਂ, ਨਾ ਮੈਂ ਡਰਨ ਵਾਲਾ ਹਾਂ। ਉਸ ਟਾਈਮ ਮੈਂ ਜਲੰਧਰ ਰੂਰਲ SSP ਸਾਹਿਬ ਕੋਲ ਗਿਆ। ਉਹਨਾਂ ਨੂੰ ਮੈਂ ਆਪਣੀ ਪਰੇਸ਼ਾਨੀ ਦੱਸੀ, ਜੋਗੇ ਦੀਆਂ, ਦੇਵ ਤਿਆਗੀ ਦੀਆਂ, ਜੋ ਵੀ ਫੇਸਬੁੱਕ 'ਤੇ ਗੱਲਾਂ ਹੋਈਆਂ ਤੇਜਿੰਦਰ ਦੀਆਂ, ਅਤੇ ਕਾਲ ਡਿਟੇਲ ਜੋ ਸੀ ਮੇਰੇ ਕੋਲ, ਉਹ ਸਾਰੇ ਦਿਖਾਲੇ। ਉਹਨਾਂ ਨੇ ਉਸੇ ਵੇਲੇ ਐਪਲੀਕੇਸ਼ਨ ਲਿਖ ਕੇ ਇਨਵੈਸਟੀਗੇਟ ਸ਼ੁਰੂ ਕੀਤੀ। ਫਿਰ ਟਰੇਸ ਕਰਦੇ ਕਰਦੇ ਉਸ ਟਾਈਮ ਤੋਂ ਬਾਅਦ ਨਾ ਜੋਗਾ 2-3 ਵਾਰੀ ਜਲੰਧਰ ਆਇਆ, ਮੈਨੂੰ ਫੇਸ ਟੂ ਫੇਸ ਵੀ ਮਿਲਿਆ, ਬੰਦੇ ਲੈ ਕੇ ਆਇਆ ਕਿ ਮੈਂ ਚੱਕਣ ਆਇਆ ਜਾਂ ਕੁਛ ਵੀ ਆ। ਉਸ ਟਾਈਮ ਜੋ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਸਾਰਾ, ਪਰ ਉਹਨਾਂ ਨੇ ਕਿਹਾ ਕਿ ਜਿੰਨਾ ਚੱਕ ਇਹ ਕ੍ਰਾਈਮ ਨਹੀਂ ਕਰੂਗਾ ਆਪਾਂ ਇਹਨੂੰ ਅਰੈਸਟ ਨਹੀਂ ਕਰਨਾ ਹੈਗਾ, ਪ੍ਰੂਫ ਦੇ ਨਾਲ ਕਰਨਾ ਹੈ, ਪਰ ਇਹ ਆ ਵੀ ਅਸੀਂ ਤੇਰੇ ਨਾਲ ਵਾਂ। ਅਤੇ ਮੈਂ ਉੱਥੇ ਵੀ ਬੜਾ ਸੇਫ ਰਿਹਾ ਹਾਂ। ਪੰਜਾਬ ਪੁਲਿਸ ਦਾ ਧੰਨਵਾਦ, ਉਹਨਾਂ ਨੇ ਮੈਨੂੰ ਬਹੁਤ ਸਹਾਇਤਾ ਕੀਤੀ। ਉਹ ਐਪਲੀਕੇਸ਼ਨ ਜਲੰਧਰ ਰੂਰਲ SSP ਸਾਹਿਬ ਨੇ IPS ਇੱਕ ਅਫਸਰ ਸੀਗੇ, ਉਹਨਾਂ ਨੂੰ ਮਾਰਕ ਕੀਤੀ ਕਿ ਤੁਸੀਂ ਮਤਲਬ ਇਹਨੂੰ SP ਸੀਗੇ, ਉਹ ਜਲੰਧਰ ਦੇ ਵਿੱਚ ਲੱਗੇ ਹੋਏ IPS ਕਰ ਰਹੇ ਸੀਗੇ ਇਨਵੈਸਟੀਗੇਟ ਦਾ ਕੰਮ। ਉਹਨਾਂ ਨੂੰ ਕੀਤੀ ਕਿ ਤੁਸੀਂ ਇਹਦਾ ਸੱਚ ਦਾ ਸੱਚ, ਝੂਠ ਦਾ ਝੂਠ। ਉਹਨਾਂ ਨੇ ਵੀ ਸਾਨੂੰ ਸੱਦਿਆ, ਉਹ ਕਹਿੰਦੇ ਵੀ ਤੁਹਾਡੀ ਐਪਲੀਕੇਸ਼ਨ ਮਿਲ ਚੁੱਕੀ ਆ, ਜਿਸ ਵਿੱਚ ਮੈਂ ਇਹੀ ਲਿਖਿਆ ਸੀ ਕਿ ਮੈਂ ਤੇਜਿੰਦਰ ਦੇ ਇੱਦਾਂ ਦਾ ਜੋ ਸਾਡਾ ਫਿਲਮ ਦਾ ਹਿਸਾਬ ਨਹੀਂ ਕਰ ਸਕਿਆ ਕਰਕੇ ਮੂਹਰਿਓਂ ਨਹੀਂ ਮਿਲੇ ਹੈਗੇ ਮੈਨੂੰ ਡਿਸਟਰੀਬਿਊਟਰਾਂ ਕੋਲ, ਹੁਣੇ ਮੈਨੂੰ ਮਰਾਉਣ ਦੀ, ਮੇਰੇ ਪਰਿਵਾਰ ਨੂੰ ਬਲੈਕਮੇਲ, ਜੋ ਵੀ ਹੋਇਆ ਇੰਗਲੈਂਡ ਵਿੱਚ ਮੇਰੇ ਪਰਿਵਾਰ ਨਾਲ ਜਾਂ ਕਿੱਦਾਂ ਵੀ ਆ, ਉਹ ਸਾਰੀ ਕਹਾਣੀ ਦੱਸੀ ਗਈ। ਅਤੇ ਉਹ ਹਜੇ ਤੱਕ ਐਪਲੀਕੇਸ਼ਨ ਕੇਸ ਵਾਪਸ ਨਹੀਂ ਲਿਆ, ਉਹ ਖੁੱਲ੍ਹਾ ਹੀ ਆ ਉੱਥੇ। ਉਹ ਵੀ ਕਾਰਵਾਈ ਹੋਊਗੀ ਇੱਕ ਦਿਨ, ਫਿਕਰ ਨਾ ਕਰੋ। ਜੋਗੇ ਉੱਤੇ, ਦੇਵ ਤਿਆਗੀ 'ਤੇ ਇਹਨਾਂ ਦੇ ਉੱਤੇ। ਉਹਦੇ ਨਾਲ ਨਾਲ ਇੱਥੇ ਵੀ ਬ੍ਰਿਟਿਸ਼ ਪੁਲਿਸ ਨੂੰ ਦੱਸਿਆ ਗਿਆ ਕਿ ਇਹ ਸਾਨੂੰ ਅੰਦਰ ਥ੍ਰੈਟ ਬਲੈਕਮੇਲ ਕਰ ਰਹੇ ਆ। ਅਤੇ ਇੱਦਾਂ ਹੀ 2014 ਦੇ ਲਾਸਟ ਦਸੰਬਰ ਤੋਂ ਬਾਅਦ ਜਨਵਰੀ, ਮੈਨੂੰ ਲੱਗਦਾ ਫਸਟ ਵੀਕ ਸੀ ਸ਼ਾਇਦ, ਅਤੇ ਤੇਜਿੰਦਰ ਨੇ ਮੇਰੇ ਜਾਣਦੇ ਹੋਏ ਕਿਸੇ ਨੂੰ ਕੰਟੈਕਟ ਕੀਤਾ, ਅਗਲਾ ਮਿਲ ਕੇ ਵੀ ਆਇਆ। ਇਹਨਾਂ ਨੇ ਆਪ ਮੂੰਹ 'ਚੋਂ ਵੀ ਇਹ ਗੱਲ ਕਹੀ ਕਿ ਇੱਦਾਂ ਦਾ ਗੱਲਬਾਤ ਵਾ, ਆਹ ਮੈਂ ਕਰ ਰਹੀ ਹਾਂ ਹਰਜਿੰਦਰ ਦੇ ਨਾਲ। ਅਤੇ ਉਸ ਤੋਂ ਬਾਅਦ ਇਹਨਾਂ ਨੇ ਟਿਕਟਾਂ ਲਈਆਂ। ਤੇਜਿੰਦਰ ਅਤੇ ਜੋਗੇ ਹੁਣੀ ਆਪਸ ਵਿੱਚ ਲੱਗ ਗਏ, ਕਿਉਂਕਿ ਇਹਨੇ ਉਹਨਾਂ ਨਾਲ ਕਰੋੜ ਰੁਪਈਆ ਕੀਤਾ ਸੀ ਮੈਨੂੰ ਮਰਾਉਣ ਲਈ ਅਤੇ ਮੇਰੇ ਪਰਿਵਾਰ ਨੂੰ ਕੁਛ ਕਰਾਉਣ ਲਈ, ਅਤੇ ਜਾਂ ਮੈਂ ਅੰਦਰ ਥ੍ਰੈਟ ਹੋ ਕੇ ਇਹਨਾਂ ਦਾ ਹਿਸਾਬ ਕਰਾਂ
ਜੇ ਮੈਨੂੰ ਹੀ ਨਹੀਂ ਮੂਹਰੇ ਮਿਲੇ ਤਾਂ ਮੈਂ ਕਿੱਥੋਂ ਦੇ ਸਕਦਾ ਹਾਂ। ਜਦੋਂ ਮਿਲੇ ਮੈਂ ਦੇਵਾਂਗਾ ਜ਼ਰੂਰ, ਜੋ ਵੀ ਹੋਊਗਾ ਇਹਨਾਂ ਦਾ ਫਿਗਰ, ਜੋ ਇਹਨਾਂ ਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ। ਅਤੇ ਉਸ ਤੋਂ ਬਾਅਦ ਇਹ ਇੰਗਲੈਂਡ ਆ ਗਏ। ਇਹਨਾਂ ਨੇ ਕਿਹਾ ਕਿ ਚੱਲ ਕੋਈ ਗੱਲ ਨਹੀਂ ਵੀ ਤੂੰ ਇਸ ਗੱਲ ਨੂੰ ਭੁੱਲ ਜਾ। ਉਹਦੇ ਵਿੱਚ ਇਹਨਾਂ ਨੇ ਜੋਗੇ ਨੇ ਮੇਰੀ ਮਿਸਿਸ ਦੇ ਕੋਲੋਂ ਅੰਦਰ ਥ੍ਰੈਟ ਕਰ ਕਰਕੇ ਇੱਕ 30,000 ਦਾ, ਇੱਕ 20,000 ਦਾ, 2 ਪਾਉਂਡ ਦੇ ਚੈੱਕ ਲਏ। ਐਬੀ ਨੈਸ਼ਨਲ ਬਿਲਡਿੰਗ ਸੋਸਾਇਟੀ ਸੀਗੀ, ਬੈਂਕ ਸੀਗੀ ਉਹਦੇ, ਜੋ ਕਿ ਅਸੀਂ ਬੈਂਕ ਵਿੱਚੋਂ ਜਾ ਕੇ ਬਾਅਦ ਦੇ ਵਿੱਚ, ਕਿਉਂਕਿ ਮੇਰੀ ਵਾਈਫ ਦਾ ਇੰਨਾ ਕੋਈ ਲੈਣਾ ਦੇਣਾ ਨਹੀਂ ਹੈ, ਅਤੇ ਉਹ ਚੈੱਕ ਸਟੋਪ ਕੀਤੇ ਸੀ ਉਹਨਾਂ ਨੂੰ ਦੱਸ ਕੇ ਵੀ ਕੀ ਹੋਇਆ। ਤਾਂ ਉਹ ਸਾਰੀਆਂ ਜਿੰਨੀਆਂ ਵੀ ਜੋਗੇ ਹੋਣਾ ਦੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਫੇਸਬੁੱਕ ਦੇ ਉੱਤੇ ਤੇਜਿੰਦਰ ਨੇ ਮੈਨੂੰ ਮੈਸੇਜ ਲਿਖਿਆ ਸੀਗਾ। ਉਸ ਤੋਂ ਇਸੇ ਤਰ੍ਹਾਂ ਅਸੀਂ ਵੀ ਪ੍ਰੂਫ ਸਾਰੇ ਸਾਂਭ ਕੇ ਰੱਖੇ ਹੋਏ ਆ, ਜਿੱਦਾਂ ਤੁਸੀਂ ਕਹਿੰਦੇ ਬੈਂਕ ਸਟੇਟਮੈਂਟਾਂ ਰੱਖੀਆਂ। ਅਤੇ ਇਸੇ ਤਰ੍ਹਾਂ ਇਹ ਗੱਲ ਵਾ ਵੀ ਉਸ ਤੋਂ ਮਗਰੋਂ ਤੁਸੀਂ 2017 ਦੇ ਵਿੱਚ ਇੱਕ NRI ਡਿਪਾਰਟਮੈਂਟ ਦੇ ਥਰੂ 1 ਕਰੋੜ ਦੀ ਲਿਖ ਕੇ ਐਪਲੀਕੇਸ਼ਨ ਇੰਡੀਆ ਨੂੰ ਪਾ ਦਿੱਤੀ ਕਿ ਹਰਜਿੰਦਰ ਨੇ ਸਾਡੇ ਕੋਲ ਧੋਖੇ ਨਾਲ ਲੈ ਲਿਆ ਤਾਂ ਸਾਨੂੰ ਦਿੰਦਾ ਨਹੀਂ ਹੈਗਾ। ਅਤੇ ਮੈਂ ਇੰਗਲੈਂਡ ਸੀਗਾ, ਮੈਂ ਤੇਜਿੰਦਰ ਹੋਣਾ ਦੇ ਘਰੇ ਗਿਆ। ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਤੁਸੀਂ ਐਪਲੀਕੇਸ਼ਨ ਕੱਲ੍ਹ ਹੀ ਪਾਈ ਆ, ਜੇ ਪਾਣੀ ਸੀਗੀ ਤਾਂ ਜਿੰਨੇ ਪੈਸੇ ਤੁਸੀਂ ਇੰਡੀਆ ਦੇ ਅਕਾਊਂਟ 'ਚ ਪਾਏ ਆ, ਇੰਡੀਆ ਦੀ ਗੱਲ ਉਨੀ ਆ, ਬਾਕੀ ਸਾਰਾ ਇੰਗਲੈਂਡ ਦੀ ਗੱਲ ਵਾ, ਉਹ ਇੰਗਲੈਂਡ 'ਚ ਕਰੋ। ਅਤੇ ਉਹ ਇਹਨਾਂ ਨੇ ਕਿਹਾ ਵੀ ਠੀਕ ਆ, ਵੀ ਆਪਾਂ ਮਤਲਬ ਉਹ ਐਪਲੀਕੇਸ਼ਨ ਵਾਪਸ ਲੈ ਲੈਂਦੇ ਹਾਂ। ਉਹ ਇਹਨਾਂ ਨੇ ਈਮੇਲ ਲਿਖੀ ਉੱਥੇ ਨੂੰ ਕਿ ਸਾਡਾ ਕੰਪਰੋਮਾਈਜ਼ ਹੋ ਗਿਆ ਫੁੱਲ ਫਾਈਨਲ, ਅਤੇ ਮਤਲਬ ਐਪਲੀਕੇਸ਼ਨ ਅਸੀਂ ਵਿਦਡਰੋ ਕਰਦੇ ਹਾਂ। ਉਹ ਚਾਹੀਦੀ ਵੀ ਨਹੀਂ ਸੀ ਇਹਨਾਂ ਨੂੰ ਐਪਲੀਕੇਸ਼ਨ ਦੇਣੀ। ਉਸ ਟਾਈਮ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਜਿੰਨੇ ਵੀ ਸਾਡੇ ਇੰਡੀਆ ਕੇਸ ਚੱਲ ਰਹੇ ਆ ਸਾਰੇ ਹਾਰ ਗਏ ਆ, ਇੱਕ ਵਾਰੀ ਸਾਡੀ ਦੁਬਾਰਾ ਮਦਦ ਕਰ ਦੇ। ਮੈਂ ਫਿਰ ਵੀ ਇਹਨਾਂ ਨੂੰ ਯਕੀਨ ਕੀਤਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਹੁਣ ਦੇਖੋ ਹਰ ਟਾਈਮ ਇਹਨਾਂ ਦੀ ਮਦਦ ਕਰਨ ਨਾਲ ਜੋ ਦੂਜੀ ਪਾਸੇ ਹੈਗੇ ਇਹਦੇ ਇਨਲੋਸ, ਉਹ ਇਹ ਸਮਝਦੇ ਆ, ਉਹ ਮੇਰੇ ਦੁਸ਼ਮਣ ਬਣੀ ਜਾਂਦੇ ਆ ਕਿ ਹਰਜਿੰਦਰ ਖਰੇ ਇਹਨਾਂ ਦੀ ਮਦਦ ਕਰਦਾ ਆ ਤਾਂ ਇੱਦਾਂ ਤਾਂ ਉੱਦਾਂ। ਆਪ ਤਾਂ ਇਹ ਇੱਥੇ ਰਹਿੰਦੇ ਆ ਤਾਂ ਦੂਸਰੇ ਲੋਕਾਂ ਨੂੰ ਲੜਾਈ ਜਾਂਦੇ ਆ। ਫਿਰ ਵੀ ਮੈਂ ਇਹਨਾਂ ਨੂੰ ਕਿਹਾ ਕਿ ਠੀਕ ਹੈ, ਜਿਹੜੇ ਤੁਹਾਡੇ ਹੁਣ ਦੇਖੋ ਜਿਹੜੇ ਇੰਡੀਆ ਕੇਸ ਇਹ ਕਹਿੰਦੇ ਚੱਲ ਰਹੇ ਆ, ਸਾਡੀ ਨਨਾਣ ਸਾਨੂੰ ਟਿਕਣ ਨਹੀਂ ਦਿੰਦੀ ਕਰਕੇ ਉਹ ਵਕੀਲ ਆ। ਦੇਖੋ ਉਹ ਸਾਰੇ ਕੇਸ ਇਹਨਾਂ ਦੀ ਮਦਰ ਇਨ ਲੋ ਵੱਲੋਂ ਇਹਨਾਂ ਦੇ ਉੱਤੇ ਆ। ਜੋ ਇੰਡੀਆ ਦਾ ਕਾਨੂੰਨ ਆ ਉਹ ਇਹ ਕਹਿੰਦਾ ਹੈ ਕਿ ਜੇ ਅਗਰ ਬੇਟੇ ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੀ ਮਾਂ ਹੁੰਦੀ ਹੈ ਉਹਨੂੰ ਚੌਥਾ ਹਿੱਸਾ ਜਾਂਦਾ, 25%, ਜੋ ਵੀ ਤੁਹਾਡੀ ਟੋਟਲ ਪ੍ਰੋਪਰਟੀ ਆ ਉਹਦਾ ਰਾਈਟ ਬਣਦਾ ਆ। ਜੋ ਸੁਪਰੀਮ ਕੋਰਟ ਦੀਆਂ ਰੂਲਿੰਗਸ ਹੈਗੀਆਂ ਇੰਡੀਆ ਕਾਇਦੇ ਕਾਨੂੰਨ ਹੈਗੇ ਇੰਡੀਆ ਗੌਰਮੈਂਟ ਦੇ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਕੇਸ ਲਾਇਆ ਕਿ ਜਿਹੜੀ ਵੀ ਚਰਨਜੀਤ ਦੀ ਪ੍ਰੋਪਰਟੀ ਹੋਊ, ਚਰਨਜੀਤ ਦੀਆਂ ਇੰਸ਼ੋਰੈਂਸ ਪਾਲਿਸੀਆਂ ਜੋ ਵੀ ਹੈ ਉਹਦੇ ਵਿੱਚੋਂ ਅਸੀਂ ਹਿੱਸਾ ਮੇਰਾ ਬਣਦਾ ਉਹ ਜਿੰਦੀ ਆ। ਹੋਰ ਉਹਨੇ ਕੋਈ ਵਾਧੂ ਕੋਈ ਕੇਸ ਨਹੀਂ ਕੀਤਾ ਹੋਇਆ ਜਿਹੜਾ ਇਹ ਲਾਈਵ ਸ਼ੋਅ BBC ਟੋਰਾਂਟੋ 'ਤੇ ਜਾ ਕੇ ਕਹਿੰਦੇ ਕਿ ਸਾਨੂੰ ਇੰਡੀਆ ਨੇ ਬਣਨ ਦਿੱਤਾ ਤਾਂ ਸਾਨੂੰ ਆ ਨਹੀਂ ਦਿੱਤਾ। ਉਹ ਵੀ ਹੁਣ ਸੱਚ ਸੁਣ ਲਓ ਮੇਰੇ ਤੋਂ ਵੀ ਕੀ ਆ। ਉਹ ਜਦੋਂ 2017 'ਚ ਇਹਨਾਂ ਨੇ ਮੇਰੀ ਐਪਲੀਕੇਸ਼ਨ ਵਾਪਸ ਲਈ ਅਤੇ ਇਹਨਾਂ ਨੇ ਮੈਨੂੰ ਫਿਰ ਰਿਕੁਐਸਟ ਕੀਤੀ ਕਿ ਅਸੀਂ ਸਾਰੇ ਕੇਸ ਹਾਰ ਗਏ ਹਾਂ ਅਤੇ ਸਾਨੂੰ ਕੋਈ ਵਧੀਆ ਜਿਹਾ ਵਕੀਲ ਟਕਰਾ ਅਤੇ ਸਾਡੀ ਮਦਦ ਕਰ। ਮੈਂ ਕਿਹਾ ਠੀਕ ਹੈ ਵੀ ਵਕੀਲ ਬਹੁਤ ਸਾਰੇ ਹੁੰਦੇ ਆ ਐਕਸਪੀਰੀਅੰਸ ਵਾਲੇ, ਤੁਸੀਂ ਫੀਸਾਂ ਦੇਣੀਆਂ ਅਤੇ ਮੈਂ ਟਕਰਾ ਦਿੰਦਾ। ਮੈਂ ਇਹਨਾਂ ਨੂੰ ਵਕੀਲ ਮਿਲਾ ਦਿੱਤੇ। ਉਹਨਾਂ ਨੇ ਇਹਨਾਂ ਦੇ ਮੁੜ ਕੇ ਸਾਰੇ ਰੀਓਪਨ ਕੇਸ ਕਰਵਾਤੇ ਜਿੱਥੋਂ ਇਹ ਸਾਰੇ ਹਾਰੇ ਸੀ। ਉਹਦੇ ਵਿੱਚ LIC ਪਾਲਿਸੀ ਦੇ ਕੇਸ ਵਾ ਜੋ ਇਹਨਾਂ ਨੇ ਚਰਨਜੀਤ ਦੀਆਂ ਪਾਲਿਸੀਆਂ ਲਈਆਂ ਇੰਡੀਆ ਤੋਂ, ਕੈਸ਼ ਕੀਤੀਆਂ ਹੋਈਆਂ। ਅਮਨ ਦੀ ਪਾਲਿਸੀ ਸੀ, ਗਗਨ ਦੀ ਸੀ, ਉਹ ਸਾਰੇ ਪੈਸੇ ਤੇਜਿੰਦਰ ਹੋਣਾ ਨੇ ਲੈ ਲਏ ਉਹਨਾਂ ਪਾਲਿਸੀਆਂ ਤੋਂ, ਜੋ ਚਰਨਜੀਤ ਦੀ ਲਾਈਫ ਇੰਸ਼ੋਰੈਂਸ ਵੀ ਹੋਊਗੀ। ਉਹਦੇ ਨਾਲ ਇਹਨਾਂ ਨੇ ਜੋ ਚਰਨਜੀਤ ਦੇ ਪ੍ਰੋਪਰਟੀ ਉਹਦੇ ਹਿੱਸੇ ਦੀ ਬਣਦੀ ਆ, ਉਹਦੇ ਮੰਮੀ ਡੈਡੀ ਦੇ ਮਤਲਬ ਹਿੱਸੇ ਦੇ ਵਿੱਚੋਂ ਉੱਤੇ ਵੀ ਕੇਸ ਇਹਨਾਂ ਨੇ ਲਾਇਆ। ਅਗਲੇ ਕਹਿੰਦੇ ਵੀ ਅਸੀਂ ਨਹੀਂ ਦੇਣੀ ਹੈਗੀ।
ਵੀ ਚਰਨਜੀਤ ਮਰ ਗਿਆ, ਵੀ ਠੀਕ ਹੈ ਹਿੱਸਾ ਬਣਦਾ ਆ, ਦੇ ਦੇਵਾਂਗੇ ਫਿਰ ਤੁਹਾਨੂੰ। ਪਰ ਇਹ ਆ ਵੀ ਤੇਜਿੰਦਰ ਦੇ ਉੱਤੇ ਜੋ ਕੇਸ ਚੱਲ ਰਿਹਾ, ਉਹ ਇੱਕ ਤਾਂ LIC ਪਾਲਿਸੀਆਂ ਜਿਹੜੀਆਂ ਇਹਨਾਂ ਨੇ ਲਈਆਂ ਆ, ਉਹਦੇ ਵਿੱਚੋਂ ਉਹਨੂੰ ਹਿੱਸਾ ਨਹੀਂ ਦਿੱਤਾ ਹੈਗਾ, ਚੌਥਾ। ਦੂਜੀ ਗੱਲ ਇਹ ਆ ਕਿ ਜਿਹੜਾ ਪ੍ਰੋਪਰਟੀਜ਼ ਇਹਨਾਂ ਨੇ ਇੰਡੀਆ ਕਿਸੇ ਨਾਲ ਬਿਆਨਾ, ਕਿਸੇ ਨਾਲ ਰਜਿਸਟਰੀ ਕਰਾ ਦਿੱਤੀ, ਉਹਦੇ ਵਿੱਚ ਉਹਨਾਂ ਨੇ ਇਹਨਾਂ 'ਤੇ ਕੇਸ ਰਜਿਸਟਰ ਕਰਕੇ ਸਾਰੇ ਸਬੂਤਾਂ ਦੇ ਨਾਲ ਇਹਨਾਂ ਦੇ ਸਾਈਨ ਹੋਏ ਪੇਪਰ ਉਹ ਵਿੱਚ ਅਦਾਲਤ ਦੇ ਥਰੂ ਇਹਨਾਂ ਨੂੰ PO ਕੀਤਾ ਹੋਇਆ, ਅਦਾਲਤ ਨੇ PO ਕੀਤਾ ਆ, ਤੇ LIC ਪਾਲਿਸੀਆਂ ਦੇ ਵਿੱਚ ਹੁਣ ਇਹ ਫਿਰ ਦੁਬਾਰਾ PO ਹੋਏ ਆ। ਕੋਈ ਵਾਧੂ ਘਾਟੂ ਕੇਸ ਨਹੀਂ ਚੱਲ ਰਿਹਾ, ਸਿਰਫ ਉਹਨਾਂ ਨੇ ਆਪਣੇ ਹੱਕ ਲਈ ਕੀਤਾ ਹੋਇਆ। ਸੁਰਿੰਦਰ ਕੌਰ ਇਹਨਾਂ ਦੀ ਸੱਸ ਨੇ, ਉਹ ਆਪਣਾ ਹੱਕ ਮੰਗ ਰਹੀ ਆ ਇੰਗਲੈਂਡ ਵਿੱਚੋਂ, ਤੋਂ ਉੱਥੋਂ ਆਪਣੇ ਬੇਟੇ ਦਾ ਕਮਾਈ ਦਾ। ਹਾਂ, ਹੋ ਸਕਦਾ ਤੇਜਿੰਦਰ ਨੇ ਬਰਾਬਰ ਕੀਤਾ ਹੋਵੇ, ਪਰ ਅਕਸਰ ਇਹਨਾਂ ਦੇ ਹਸਬੈਂਡ ਦੀ ਮੰਮੀ ਆ, ਮਦਰ ਆ, ਉਹਨੇ ਜਨਮ ਦਿੱਤਾ ਆਪਣੇ ਬੇਟੇ ਨੂੰ। ਜਿੱਦਾਂ ਇਹਨਾਂ ਨੂੰ ਵੀ ਬੇਟਾ ਪਿਆਰਾ, ਬੇਟੀ ਪਿਆਰੀ ਹੈ, ਇੱਦਾਂ ਹੀ ਉਹਨਾਂ ਨੂੰ ਵੀ ਆ। ਫਿਰ ਤੇਜਿੰਦਰ ਦਾ ਮੈਨੂੰ ਇਹ ਹਜੇ ਤੱਕ ਨਹੀਂ ਸਮਝ ਆਇਆ ਕਿ ਜਿਹਨੂੰ ਮਰਜ਼ੀ ਕਹਿ ਦਿੰਦੀ ਕਿ ਮੈਂ ਚੁਕਵਾ ਦੇਣਾ, ਜਿਹਨੂੰ ਮਰਜ਼ੀ ਮਰਾ ਦੇਣਾ, ਜਿਹਨੂੰ ਮਰਜ਼ੀ, ਇਹਦਾ ਕ੍ਰਿਮੀਨਲ ਮਾਈਂਡ ਕਿੱਦਾਂ ਦਾ ਆ। ਮੈਨੂੰ ਨਹੀਂ ਪਤਾ ਕਿ ਇਹਦੇ ਕਨੈਕਸ਼ਨ ਵਿੱਚ ਹੈਗੇ ਤੇ ਕੀ ਕਰ ਸਕਦੇ ਆ ਇਹ। ਪਰ ਮੈਂ ਆਹ ਕੇਸ ਵਾ ਇਹਨਾਂ ਦੇ ਇੰਡੀਆ। ਦੂਸਰੀ ਗੱਲ ਇਹ ਆ ਕਿ ਤੁਸੀਂ ਸਾਰੇ ਅਟਲਗੜ੍ਹ ਤੋਂ ਜਾ ਕੇ ਪਤਾ ਕਰ ਸਕਦੇ ਆ ਕਿ ਸਹੀ ਸਟੋਰੀ ਕੀ ਆ। ਇਹਨਾਂ ਦੀ ਨਨਾਣ ਨੂੰ ਮਿਲ ਸਕਦੇ ਆ ਜਲੰਧਰ, ਉਹ ਦੱਸ ਸਕਦੀ ਆ। ਚਰਨਜੀਤ ਦਾ ਭਰਾ ਬਰਮਿੰਘਮ ਵਿੱਚ ਰਹਿ ਰਿਹਾ, ਉਹਨੂੰ ਮਿਲ ਸਕਦੇ ਆ ਤੁਸੀਂ। ਫਿਰ ਹੋਰ ਬਹੁਤ ਸਾਰੇ ਲੋਕਾਂ ਨੂੰ ਤੁਹਾਨੂੰ ਤੁਸੀਂ ਕਲੀਅਰ ਕਰ ਸਕਦੇ ਆ ਗੱਲ। ਫਿਰ ਉੱਤੋਂ ਤੇਜਿੰਦਰ ਵੀ ਤੁਸੀਂ ਹੋਰ ਇੱਕ ਝੂਠ ਬੋਲ ਦਿੱਤਾ ਕਿ ਸਾਡੇ ਰਿਸਪੈਕਟਡ ਐਕਸ DGP ਸਾਹਿਬ ਰਾਜਨ ਗੁਪਤੇ ਦਾ ਨਾਂ ਲੈ ਦਿੱਤਾ ਕਿ ਮੈਂ ਉਹਦਾ ਨਾਂ ਲੈ ਕੇ ਤੁਹਾਡੇ ਤੋਂ ਪੈਸੇ ਲਏ ਆ। ਤੁਸੀਂ ਕਦੇ ਮਿਲੇ ਹੈਗੇ ਆ ਉਹਨੂੰ? ਕਦੇ ਫੋਨ ਕੀਤਾ ਉਹਨੂੰ? ਕਦੇ ਉਹ ਤੁਹਾਨੂੰ ਮਿਲਿਆ? ਤੁਹਾਨੂੰ ਕੋਈ ਲਿਖਤੀ ਮੇਰੇ ਨਾਲ ਹੈਗੀ ਇਹ ਗੱਲ ਵੀ ਜਿਹੜਾ ਤੁਸੀਂ ਕਿਸੇ ਦਾ ਵੀ ਨਾਂ ਲਈ ਜਾਓ ਕਿਸੇ ਪਾਸੇ ਜਾ ਕੇ, ਕਿਸੇ ਹੋਰ ਦੀ ਵੀ ਨਾਲ ਰਿਸਪੈਕਟ ਖਰਾਬ ਕਰੋ? ਇੱਦਾਂ ਨਹੀਂ ਤੁਹਾਨੂੰ ਕਰਨਾ ਚਾਹੀਦਾ। ਤੇਜਿੰਦਰ, ਫਿਰ ਤੁਸੀਂ ਕਿਹਾ ਕਿ ਮੇਰੀ ਬੇਟੀ ਦੇ ਵਿਆਹ ਦੇ ਪੈਸੇ ਲੈ ਗਿਆ। ਤੁਸੀਂ ਕਿੰਨਾ ਕੁ ਝੂਠ ਬੋਲਣਾ ਹੈ? ਕੋਈ ਫਾਇਦਾ ਹੈ ਇਸ ਗੱਲਾਂ ਦਾ? ਜੇ ਤੁਸੀਂ ਮੈਨੂੰ ਝੂਠ ਬੋਲੋਗੇ ਜਾਂ ਮੇਰੇ ਖਿਲਾਫ ਇੱਦਾਂ ਦੀਆਂ ਚੀਜ਼ਾਂ ਭੜਕਾਓਗੇ ਪਬਲਿਕ ਦੇ ਵਿੱਚ, ਫਿਰ ਮੈਂ ਵੀ ਤਦੇ ਹੀ ਹੁਣ ਚੈਨਲ ਦੇ ਥਰੂ ਆਇਆ ਕਿ ਮੈਂ ਵੀ ਆਪਣਾ ਪੱਖ ਰੱਖ ਸਕਾਂ, ਮੈਂ ਵੀ ਸੰਗਤ ਮੂਹਰੇ ਰੱਖ ਸਕਾਂ। ਹਾਂ, ਜੇ ਤੁਹਾਡੀ ਸਾਡੀ ਕੋਈ ਗੱਲ ਹੈਗੀ ਆ, ਕੋਈ ਲੈਣ ਦੇਣ ਦੀ ਜਾਂ ਕਿਸੇ ਤਰ੍ਹਾਂ ਦੀ ਵੀ, ਤੁਸੀਂ ਮੇਰੇ ਨਾਲ ਵੈਸੇ ਕਰੋ। ਜੇ ਤੁਸੀਂ ਹੁਣ ਮੇਰੀ ਫੈਮਿਲੀ ਦੇ ਖਿਲਾਫ ਜਾਂ ਕਿੱਦਾਂ ਜਾਓਗੇ ਜਾਂ ਕਿੱਦਾਂ ਆ, ਤਾਂ ਫਿਰ ਮੈਂ ਵੀ ਆਹ ਸਾਰਾ ਕੁਛ ਬੋਲੂੰਗਾ। ਹਜੇ ਵੀ ਮੈਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਨਹੀਂ ਹੈ ਸੰਗਤ ਜੀ, ਕਿਉਂਕਿ ਜੇ ਮੇਰਾ ਸਾਰਾ ਮੂੰਹ ਖੁੱਲ੍ਹ ਗਿਆ ਤੇ ਉਹਨਾਂ ਦੀ ਤਾਂ ਰਿਸਪੈਕਟ ਨਹੀਂ ਰਹਿਣੀ, ਮੇਰੀ ਤਾਂ ਉਹਨਾਂ ਨੇ ਰੱਖੀ ਨਹੀਂ। ਇਹ ਮੈਨੂੰ ਇਨਾਮ ਮਿਲਿਆ ਜਿਹੜਾ ਮੈਂ ਇਹਨਾਂ ਦੀ ਬਹੁਤ ਸਾਰੀ ਰਿਸਪੈਕਟ ਕਰਦਾ ਸੀ, ਇਹਨਾਂ ਦੀ ਮਦਦ ਕੀਤੀ ਹਮੇਸ਼ਾ ਇੰਡੀਆ ਤੋਂ, ਇੱਥੋਂ। ਇਸ ਕਰਕੇ ਹੁਣ ਮੈਂ ਇਹ ਸਾਰੀ ਸੰਗਤ ਦੇ ਵਿੱਚ ਛੱਡਦਾ ਹਾਂ ਕਿ ਉਹ ਆਪੇ ਡਿਸਾਈਡ ਕਰਨ ਕਿੱਥੇ ਕੌਣ ਗਲਤ ਵਾ, ਕਿੱਥੇ ਕੋਈ ਰਾਈਟ ਆ। ਮੇਰੀ ਬਾਸੀ ਸਾਹਿਬ ਨੂੰ ਵੀ ਇਹ ਅਪੀਲ ਆ ਕਿ ਬਾਸੀ ਸਾਹਿਬ, ਤੁਸੀਂ ਸਾਡੇ ਰਿਸਪੈਕਟਡ ਹੋ, ਤੁਸੀਂ ਪ੍ਰੋਗਰਾਮ ਚਲਾਓ, ਦਿਨ ਰਾਤ ਤਰੱਕੀ ਕਰੋ, ਐਡਾਂ ਲਾਓ, ਜੋ ਮਰਜ਼ੀ ਕਰੋ, ਪਰ ਜਦੋਂ ਤੁਸੀਂ ਕਿਸੇ ਇੱਕ
ਜਿੱਦਾਂ ਅਸੀਂ ਆਪਣੀ ਰਿਸਪੈਕਟ ਦਿਨ ਰਾਤ ਮਿਹਨਤ ਕਰਕੇ ਬਣਾਈ ਸੀ। ਅਸੀਂ ਵਿਹਲੇ ਬਹਿ ਕੇ ਗੱਲਾਂ ਮਾਰ ਕੇ ਨਹੀਂ ਮੈਕਾਂ ਦੇ ਉੱਤੇ ਬਣਾਈ, ਅਤੇ ਨਾ ਅਸੀਂ ਇੱਦਾਂ ਕੀਤਾ ਕਿ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਸਵਾਦ ਲਏ। ਜਿੱਦਾਂ ਪਕੌੜੇ ਦੇ ਨਾਲ ਚਟਣੀ ਲਾਈ ਦੀ ਆ ਤਾਂ ਸਵਾਦ ਆਉਂਦਾ ਆ ਖਾਣ ਦਾ। ਅਗਰ ਸਾਡੇ ਕੋਲ ਕੋਈ ਹੈਲਪ ਲਈ ਆਇਆ, ਅਸੀਂ ਅੱਜ ਤੱਕ ਨਹੀਂ ਕਿਸੇ ਦਾ ਦੱਸਿਆ ਕਿ ਅਸੀਂ ਕਿਹਦੀ ਹੈਲਪ ਕੀਤੀ ਆ ਅਤੇ ਕਿਹੜੇ ਮਾਮਲੇ ਸੋਲਵ ਕਰਾਏ ਹੋਏ ਆ। ਅਸੀਂ ਵੀ ਪਬਲਿਕ ਵਿੱਚ ਵਿਚਰੇ ਹਾਂ, ਅਸੀਂ ਪਬਲਿਕ ਕੰਮ ਕੀਤਾ ਆ। ਅਸੀਂ ਵੀ ਮਹਿਕਮਿਆਂ ਦੇ ਨਾਲ ਚੱਲੇ ਹੋਏ ਹਾਂ, ਸਾਨੂੰ ਵੀ ਦੁਨੀਆ ਜਾਣਦੀ ਆ। ਇਹ ਨਾ ਸੋਚੋ ਕਿ ਮੈਨੂੰ ਖਰੇ ਕੋਈ ਜਾਣਦਾ ਨਹੀਂ ਤਾਂ ਮੈਂ ਅੰਦਰ ਵੜ ਕੇ ਬੈਠਾ ਹੋਇਆ। ਵਾਸੀ ਸਾਹਿਬ, ਤੁਹਾਨੂੰ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਕਿ ਜੋ ਧੀਆਂ ਭੈਣਾਂ ਲਈ ਗਲਤ ਨਾ ਚਲਾਓ ਪ੍ਰੋਗਰਾਮ। ਇਹਦਾ ਕਿਸੇ ਨਾ ਕਿਸੇ ਦਾ ਕਦੇ ਨਾ ਕਦੇ ਫਿਰ ਗਲਤ ਅਸਰ ਹੋਊਗਾ। ਉਹਦਾ ਨਾ ਤੁਹਾਨੂੰ ਕੋਈ ਫਾਇਦਾ ਹੋਣਾ, ਨਾ ਹੋਰਾਂ ਨੂੰ ਹੋਣਾ। ਉੱਦਾਂ ਦੇ ਸਾਡੇ ਸੁਣਨ ਵਾਲੇ ਸਰੋਤੇ ਆ ਜਿਹੜੇ ਕਾਲ 'ਤੇ ਆ ਕੇ ਕਿਸੇ ਲਈ ਵੀ ਵਿਊ ਦੱਸਣ ਲੱਗ ਪੈਂਦੇ ਆ, ਵੀ ਕਿਸੇ ਦੇ ਖਿਲਾਫ, ਕਿਸੇ ਦੇ ਹੱਕ ਵਿੱਚ ਬੋਲਦੇ ਆ। ਪਹਿਲਾਂ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਪ੍ਰੋਬਲਮ ਆ। ਗੁਰੂ ਨਾਨਕ ਦੇਵ ਨੇ ਗੁਰਬਾਣੀ ਦੇ ਵਿੱਚ ਸਾਨੂੰ ਕਿੰਨਾ ਵਧੀਆ ਰਸਤਾ ਦੱਸਿਆ, ਸੀ ਉਹਨੂੰ ਨਹੀਂ ਫੋਲੋ ਕਰਦੇ। ਹਰ ਘਰ ਦੇ ਵਿੱਚ ਪ੍ਰੋਬਲਮ ਆ। ਕਮੈਂਟ ਤਾਂ ਉਹਨੂੰ ਕਰਨਾ ਚਾਹੀਦਾ ਆ, ਜਾਂ ਆਪਣਾ ਲਾਈਵ ਕਾਲ 'ਤੇ ਜਾ ਕੇ ਕਿਸੇ ਦੇ ਖਿਲਾਫ ਕੋਈ ਗੱਲ ਤਾਂ ਉਹਨੂੰ ਕਰਨੀ ਚਾਹੀਦੀ ਜਿਹਦੇ ਘਰੇ ਕੋਈ ਪ੍ਰੋਬਲਮ ਨਹੀਂ, ਜਿਹਨੇ ਜ਼ਿੰਦਗੀ ਭਰ ਕੋਈ ਗਲਤੀ ਹੀ ਨਹੀਂ ਕੀਤੀ, ਬਹੁਤ ਸਾਫ ਸੁਥਰਾ ਦੁੱਧੋ ਨਹਾਤਾ ਆ। ਇਸ ਕਰਕੇ ਸਾਰਿਆਂ ਦੀ ਇੱਜ਼ਤ ਕਰੋ, ਚਾਹੇ ਉਹ ਸਪੋਰਟਸ ਦੇ ਵਿੱਚ ਕੋਈ ਹੋਵੇ, ਚਾਹੇ ਧੀਆਂ ਭੈਣਾਂ ਹੋਣ, ਚਾਹੇ ਕੋਈ ਵੀ ਹੋਵੇ। ਅਗਰ ਕਿਸੇ ਦਾ ਕੋਈ ਮਸਲਾ ਆ ਤੁਹਾਨੂੰ, ਅਗਰ ਤੁਸੀਂ ਹੈਲਪ ਕਰ ਸਕਦੇ ਆ, ਉਹਨੂੰ ਵੈਸੇ ਕਰੋ। ਇੱਦਾਂ ਉੱਦਾਂ ਕਰਨ ਤਾਂ ਉਹਨੂੰ ਪਹਿਲਾਂ ਸੱਚ ਸੁਣੋ, ਸੱਚ ਸੁਣ ਕੇ ਫਿਰ ਗੱਲ ਕਰੋ। ਇੱਦਾਂ ਨਾ ਕਰੋ ਕਿ ਜੋ ਮਰਜ਼ੀ ਆ, ਕਿਸੇ ਤੋਂ 10 ਕਰੋੜ ਦੀ ਠੱਗੀ ਮਾਰ ਲਈ, ਕਿਸੇ ਤੋਂ 7 ਕਰੋੜ ਦੀ ਠੱਗੀ ਲੈ ਲਈ ਕਿਸੇ ਨੇ। ਇਹ ਵਧਾ ਚੜ੍ਹਾ ਕੇ ਫਿਕਰ ਕਰਨ ਦੀ ਲੋੜ ਨਹੀਂ ਹੈ। ਬਸ ਮੈਂ ਇੰਨਾ ਹੀ ਕਹਿਣਾ ਸੀਗਾ, ਇਹੀ ਮੈਸੇਜ ਸਾਰਿਆਂ ਨੂੰ ਦੇਣਾ ਸੀ ਕਿ ਜੋ ਵੀ ਮੈਂ ਕੀਤਾ ਤੇਜਿੰਦਰ ਦੇ ਮਿੰਟ ਤੋਂ ਪਹਿਲਾਂ ਜਿਹੜੀਆਂ ਅਸੀਂ ਮਿਹਨਤਾਂ ਕੀਤੀਆਂ, ਜੋ ਅਸੀਂ ਇੱਜ਼ਤ ਬਣਾਈ ਸਪੋਰਟਸ ਵਿੱਚ, ਇਹ ਤੁਹਾਡੇ ਪੈਸਿਆਂ ਦੀ ਨਹੀਂ ਬਣੀ। ਤੁਸੀਂ ਨਹੀਂ ਕੋਈ ਸਾਨੂੰ ਡੋਨੇਟ ਕੀਤਾ ਹੋਇਆ ਇਸ ਗੱਲ ਵਿੱਚ। ਜੇ ਤੁਸੀਂ ਕੁਛ ਪੈਸਾ ਦਿੱਤਾ ਹੋਊਗਾ ਤਾਂ ਆਪਣੇ ਵਕੀਲਾਂ ਦੀ ਫੀਸ ਦਿੱਤੀ ਹੋਊਗੀ, ਜਾਂ ਹੋਰ ਕੁਛ ਦਿੱਤਾ ਹੋਊਗਾ, ਫਿਲਮ 'ਚ ਲਾਇਆ ਹੋਊਗਾ, ਤੁਸੀਂ ਐਡ ਲਵਾਈ ਹੋਊਗੀ, ਜਾਂ ਥੋੜ੍ਹਾ ਬੜਾ ਵੈਸੇ ਇਨਵੈਸਟ ਕੀਤਾ ਹੋਊਗਾ। ਇਸ ਕਰਕੇ ਇਹ ਵੀ ਮੈਨੂੰ ਹੁਣ ਗੱਲ ਸੋਚਣੀ ਪੈਣੀ ਹੈ ਕਿ ਜਿਹੜਾ ਤੁਸੀਂ ਪੈਸਾ ਫਿਲਮ ਨੂੰ ਦਿੱਤਾ ਹੈ, ਉਹ ਭਾਵੇਂ ਤੁਸੀਂ ਪਰਸਨਲ ਅਕਾਊਂਟ 'ਚੋਂ ਦਿੱਤਾ, ਪਰ ਤੁਸੀਂ ਟਰਾਂਸਫਰ ਤਾਂ ਦੀ ਸੁਪੀਰੀਅਰ ਸਰਵਿਸ ਤੋਂ ਕਰਵਾਇਆ ਸੀਗਾ, ਲਿਮਟਿਡ ਤੋਂ। ਜੇ ਕੰਪਨੀ ਲਿਕੁਇਡੇਸ਼ਨ ਹੋ ਗਈ ਜਾਂ ਕਿੱਦਾਂ ਵੀ ਆ, ਤਾਂ ਪੈਸਾ ਤੁਹਾਨੂੰ ਜਦੋਂ ਫਿਲਮ ਦੇ ਮਿਲੂਗੇ ਤੁਹਾਨੂੰ ਜਾਊਗਾ, ਜਾਂ ਮਤਲਬ ਉਹ ਕੰਪਨੀ ਹਾਊਸ ਨੂੰ ਜਾਊਗਾ, ਜਾਂ ਇਨਕਮ ਟੈਕਸ ਵਾਲਿਆਂ ਨੂੰ ਜਾਊਗਾ, ਕਿਹਨਾਂ ਨੂੰ ਜਾਊਗਾ। ਇਸ ਕਰਕੇ ਮੈਂ ਹਜੇ ਵੀ ਬਹੁਤ ਤੁਹਾਡੀ ਰਿਸਪੈਕਟ ਕਰਦਾ। ਜੇ ਤੁਸੀਂ ਗਾਂਹ ਵੀ ਕੋਈ ਇੱਦਾਂ ਦੀਆਂ ਗੱਲਾਂ ਕਰਨੀਆਂ, ਫਿਰ ਜਿਹੜਾ ਅਗਲੇ ਸਬੂਤ ਮੈਂ ਪੇਸ਼ ਕਰਨੇ ਆ, ਤੁਹਾਡੇ ਕੋਲ ਲੈਗ ਨਹੀਂ ਹੋਣੀ ਸਟੈਂਡ ਹੋਣ ਲਈ ਕਈ ਚੀਜ਼ਾਂ ਦੇ ਵਿੱਚ। ਉਹ ਗੱਲਾਂ ਮੈਂ ਹਜੇ ਆਪਣਾ ਮੂੰਹ ਬੰਦ ਰੱਖਣਾ ਹੈ, ਤਾਂ ਉਹ ਗੱਲਾਂ ਮੈਂ ਹਜੇ ਚੁੱਪ ਕਰਕੇ ਰੱਖਣੀਆਂ। ਥੋੜ੍ਹਾ ਅੱਜ ਮੈਂ ਤੁਹਾਨੂੰ ਦੱਸਤਾ, ਪਰ ਜੇ ਮੈਂ ਸਾਰਾ ਹੀ ਕੁਛ ਖੋਲ੍ਹ ਦਿੱਤਾ ਤਾਂ ਇਹ ਬਹੁਤ ਸਾਰੇ ਗੱਲਾਂ ਦੇ ਕਈ ਜਾਣਿਆਂ ਦੇ ਨੁਕਸਾਨ ਇਹਦੇ ਵਿੱਚ ਹੋ ਜੂਗੇ। ਇਸ ਕਰਕੇ ਜੇ ਕੋਈ ਚੁੱਪ ਆ, ਉਹਨੂੰ ਚੁੱਪ ਰਹਿਣ ਦਿਓ। ਜੇ ਕੋਈ ਆਨਸਰ ਨਹੀਂ ਦਿੰਦਾ ਤੁਹਾਡੀ ਗੱਲ ਦਾ, ਸਾਇਲੈਂਸ ਰਹਿਣ 'ਚ ਬਹੁਤ ਫਾਇਦੇ ਆ। ਮੈਂ ਕਿਸੇ ਦੇ ਧਰਮ ਦੇ ਖਿਲਾਫ, ਕਿਸੇ ਇਨਸਾਨ ਦੇ ਖਿਲਾਫ, ਕਿਸੇ ਮਾਤਾ ਭੈਣ ਦੇ ਖਿਲਾਫ ਨਹੀਂ, ਕਿਸੇ ਦਾ ਦਿਲ ਨਹੀਂ ਦਿਖਾਇਆ ਇਹ ਚੈਨਲ 'ਤੇ ਆ ਕੇ। ਮੈਂ ਸਿਰਫ ਆਪਣਾ ਇੱਕ ਪੱਖ ਰੱਖਿਆ
ਕਿ ਕਿੱਦਾਂ ਮੇਰਾ ਪਿਛੋਕੜ ਸੀ ਤੇ ਕਿੱਦਾਂ ਇਹ ਮੈਨੂੰ ਮਿਲੇ ਆ ਤੇ ਕਿਹੜੇ ਇਹਨਾਂ ਨੇ ਲਾਈਵ ਸ਼ੋਅ 'ਤੇ ਜਾ ਕੇ ਝੂਠ ਬੋਲੇ ਆ। ਹੁਣ ਤੁਹਾਨੂੰ ਗੱਲ ਸਾਰਿਆਂ ਨੂੰ ਪਤਾ ਲੱਗ ਗਈ। ਬਾਕੀ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਆ ਫੇਕ ਅਕਾਊਂਟਾਂ ਤੋਂ ਜਾਂ ਉੱਦਾਂ ਆ, ਜਾਂ ਤੁਸੀਂ ਇੱਦਾਂ ਗੱਲ ਹੀ ਕਰਦੇ ਆ, ਜੇ ਤੁਹਾਡੇ ਵਿੱਚ ਇੰਨੇ ਗਟਸ ਹੈਗੇ ਆ ਤੁਸੀਂ ਸਿੱਧਾ ਹੀ ਮੈਨੂੰ ਮਿਲ ਲਓ। ਚੋਰੀ ਮਤਲਬ ਬਿੱਲੀ ਚੂਹੇ ਵਾਲਾ ਖੇਡ ਕਾਹਲੀ ਖੇਡਦੇ ਆ। ਜੇ ਤੁਹਾਡੇ ਇੰਨੇ ਵਧੀਆ ਖਿਆਲ ਵਾ, ਜਾਂ ਤਾਂ ਖਿਆਲ ਤੁਹਾਡੇ ਬਿਲਕੁਲ ਘਟੀਆ ਨੇ, ਘਟੀਆ ਕਮੈਂਟ ਕਰਦੇ ਆ, ਤੇਜਿੰਦਰ ਬਾਰੇ ਬਹੁਤ ਪੁੱਠਾ ਲਿਖਦੇ ਆ, ਮੇਰੇ ਬਾਰੇ ਤਾਂ ਤੁਸੀਂ ਲਿਖਣਾ ਲਿਖਣਾ, ਉਹ ਵੀ ਮੈਨੂੰ ਦੁੱਖ ਲੱਗਦਾ। ਤੇ ਕੋਈ ਕੁਛ ਲਿਖੀ ਜਾਂਦਾ, ਕੋਈ ਕੁਛ ਲਿਖੀ ਜਾਂਦਾ। ਤੁਸੀਂ ਭਾਈ ਪਹਿਲਾਂ ਆਪਣੇ ਘਰ ਸਾਂਭੋ। ਆਪਣੇ ਖਿਲਾਰੇ ਬੱਚਿਆਂ ਦੇ ਤੁਹਾਡੇ ਹੋਣਗੇ, ਤੁਹਾਡੇ ਘਰਾਂ 'ਚ ਉਹਨਾਂ ਨੂੰ ਸਾਂਭੋ, ਉਹਨਾਂ ਨੂੰ ਵਧੀਆ ਐਜੂਕੇਸ਼ਨ ਦਿਓ, ਵਧੀਆ ਉਹਨਾਂ ਨੂੰ ਗੱਲਾਂ ਦੱਸੋ, ਗੁਰੂਆਂ ਬਾਰੇ ਗੱਲਾਂ ਦੱਸੋ, ਅਤੇ ਤੁਸੀਂ ਆਪਣਾ ਵਧੀਆ ਭਵਿੱਖ ਬਣਾਓ। ਤੁਸੀਂ ਆਹ ਕੀ ਲੱਗੇ ਹੋਏ ਆ ਕਿ ਕਿਸੇ ਦੀ ਵੀਡੀਓ ਆਈ ਜੋ ਮਰਜ਼ੀ ਲਿਖੀ ਜਾਓ। ਕੋਈ ਬਾਕੀ ਫਿਕਰ ਨਾ ਕਰੋ, ਸਭ ਦੇ IP ਐਡਰੈਸ ਨਿਕਲ ਰਹੇ ਆ। ਜਲਦੀ ਹੀ ਤੁਹਾਡੇ ਨਾਲ ਵੀ ਸਾਹਮਣਾ ਹੋਊਗਾ। ਤੁਸੀਂ ਤਾਂ ਚੋਰ ਬਣ ਕੇ ਗਲਤ ਆਈਡੀਆਂ ਬਣਾ ਕੇ ਜਾਂ ਗਲਤ ਫੋਟੋਆਂ ਲਾ ਕੇ ਤੇਜਿੰਦਰ ਦੇ ਖਿਲਾਫ ਲਿਖਿਆ। ਮੈਂ ਤੇਜਿੰਦਰ ਦੀ ਹਜੇ ਵੀ ਬਹੁਤ ਰਿਸਪੈਕਟ ਕਰਦਾ ਹਾਂ, ਪਰ ਇੱਕ ਔਰਤ ਹੋਣ ਦੇ ਨਾਤੇ, ਕਿਉਂਕਿ ਸਾਡੇ ਗੁਰੂਆਂ ਨੇ ਕਿਹਾ ਜਿਸ ਔਰਤ ਨੇ ਕਿਸੇ ਨੂੰ ਜਨਮ ਦਿੱਤਾ ਉਹਦੀ ਕਦੇ ਵੀ ਨਿੰਦਿਆ ਨਾ ਕਰੋ, ਉਹ ਮਹਾਨ ਹੀ ਮਹਾਨ ਆ। ਅਤੇ ਉਸ ਔਰਤ ਨੂੰ ਵੀ ਇਹ ਹੋਣਾ ਚਾਹੀਦਾ ਕਿ ਮੈਂ ਆਪਣੀ ਇੱਜ਼ਤ ਖਰਾਬ ਨਾ ਕਰਾਂ ਪਬਲਿਕ 'ਚ। ਸਾਰੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਤੋਂ ਮੈਂ ਆਸ ਰੱਖਦਾ ਕਿ ਜਿਹੜੇ ਵੀ ਥਾਵਾਂ ਦੇ ਉੱਤੇ ਕੋਈ ਗਲਤ ਪ੍ਰੋਗਰਾਮ ਚੱਲ ਰਹੇ ਜਾਂ ਗਲਤ ਕੋਈ ਕਿਸੇ ਦੇ ਖਿਲਾਫ ਹੋ ਰਿਹਾ ਜਾਂ ਕੁਛ ਵੀ ਆ, ਤੁਸੀਂ ਸਾਰੇ ਮੇਰੇ ਨਾਲ ਆਓ, ਸਪੋਰਟ ਕਰੋ। ਆਪਾਂ ਉਸ ਗਲਤ ਬੋਲਣ ਵਾਲਿਆਂ ਨੂੰ ਜਾਂ ਗਲਤ ਖਿਆਲਾਂ ਵਾਲੇ ਲੋਕਾਂ ਨੂੰ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹਨਾਂ ਦੀ ਸੋਝੀ ਵਧੀਆ ਹੋ ਜਾਵੇ, ਤਾਂ ਕਿ ਉਹ ਵੀ ਚੰਗੇ ਇਨਸਾਨ ਬਣ ਸਕਣ। ਬਾਕੀ ਕਾਫੀ ਲੰਬੀ ਇਹ ਅੱਜ ਵਾਲੀ ਵੀਡੀਓ ਹੋ ਜਾਣੀ ਆ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਸਾਰੀ ਦੇਖ ਰਹੇ ਆ, ਅਤੇ ਮੈਨੂੰ ਆਸ ਆ ਕਿ ਹੁਣ ਤੁਸੀਂ ਸੱਚ ਜਾਣ ਗਏ ਹੋਵੋਗੇ ਕਿ ਮੈਂ ਜ਼ਿੰਦਗੀ 'ਚ ਕਿਹੜੇ ਗਲਤ ਕੰਮ ਕੀਤੇ ਜਾਂ ਕਿਹੜੇ ਸਹੀ ਕੀਤੇ। ਇਹ ਹੁਣ ਸੰਗਤ ਦੱਸੇ। ਚੀਟਰ ਉਹ ਹੁੰਦਾ ਜਿਹੜਾ ਕਿਸੇ ਨੂੰ ਧੋਖਾ ਕਰੇ। ਠੱਗ ਉਹ ਹੁੰਦਾ ਕਿ ਜਿਹੜਾ ਕਿਸੇ ਦਾ ਪੈਸਾ ਲੁੱਟ ਕੇ ਲੈ ਆਵੇ। ਜੇ ਅਗਲਾ ਆਪੇ ਹੀ ਤੁਹਾਨੂੰ ਆਪ ਫੋਨ ਕਰਕੇ ਕਹਿ ਰਿਹਾ ਕਿ ਮੈਂ ਤੁਹਾਡੇ ਇਸ ਕੰਮ ਲਈ ਐਡ ਲਵਾਉਣੀ ਹੈ, ਜਾਂ ਤੁਹਾਨੂੰ ਮੈਂ ਥੋੜ੍ਹਾ ਵਾਲਾ ਵਿੱਚ ਲਾਉਣਾ ਆ ਪੈਸਾ ਕਿਸੇ ਕੰਮ ਦੇ, ਇਹ ਠੱਗ ਚੀਟਰ ਨਹੀਂ ਹੈ। ਫਿਰ ਬਾਸੀ ਸਾਹਿਬ, ਤੁਹਾਨੂੰ ਵੀ ਮੇਰਾ ਮੈਸੇਜ ਆ, ਤੁਸੀਂ ਇੰਡੀਆ ਫੋਨ ਘੁਮਾਇਆ ਸੀ ਮੇਰਾ ਪੁੱਛਣ ਦੀ ਕਿਸੇ ਨੂੰ, ਤੁਸੀਂ ਉੱਥੇ ਵੀ ਮੈਨੂੰ ਠੱਗ ਲੈਂਗੁਏਜ ਯੂਜ਼ ਕੀਤੀ। ਕਾਇਦੇ ਕਾਨੂੰਨ ਮੈਂ ਵੀ ਬਹੁਤ ਜਾਣਦਾ। ਮੈਂ ਤੁਹਾਨੂੰ ਹਜੇ ਦੱਸਿਆ ਨਹੀਂ ਹੈ ਕਿ ਮੈਂ ਫੈਮਿਲੀ ਦੇ ਵਿੱਚ ਕੌਣ ਕੌਣ ਕਿੰਨੀਆਂ ਡਿਗਰੀਆਂ ਤੱਕ ਪੜ੍ਹਿਆ ਲਿਖਿਆ ਆ। ਠੀਕ, ਇਸ ਕਰਕੇ ਤੁਹਾਨੂੰ ਮੇਰੀ ਫਿਰ ਵੱਡਾ ਭਰਾ ਤੁਹਾਨੂੰ ਸਮਝਦਾ, ਮੈਂ ਤੁਹਾਡੀ ਰਿਸਪੈਕਟ ਕਰਦਾ ਹਾਂ। ਤੁਸੀਂ ਮੁੜ ਕੇ ਇਹ ਲੈਂਗੁਏਜ ਗਲਤ ਵਾਲੀਆਂ ਇਹ ਨਾ ਯੂਜ਼ ਕਰਿਓ, ਕਿਉਂਕਿ ਭਾਵੇਂ ਮੈਂ ਇੰਗਲੈਂਡ 'ਚ ਰਹਿੰਦਾ ਹਾਂ, ਤੁਸੀਂ ਕੈਨੇਡਾ 'ਚ ਰਹਿੰਦੇ ਆ, ਆਪਾਂ 20 ਵਾਰ ਫੇਰ ਵੀ ਮਿਲਣਾ, ਤਾਂ ਕਿ ਇਹ ਨਾ ਹੋਣ ਕਿ ਆਪਾਂ ਕਿਸੇ ਫੰਕਸ਼ਨ 'ਚ ਫੇਰ ਦੁਬਾਰਾ ਇਕੱਠੇ ਹੋਈਏ ਅਤੇ ਆਪਣੇ ਮਨ 'ਚ ਇਹ ਹੋਏ ਕਿ ਹਰਜਿੰਦਰ ਨੇ ਮੈਨੂੰ ਗਲਤ ਬੋਲਿਆ, ਮੈਂ ਕਹਾਂ ਬਾਸੀ ਨੇ ਮੈਨੂੰ ਗਲਤ ਬੋਲਿਆ। ਠੀਕ ਆ, ਤੁਸੀਂ ਆਪਣਾ ਕੰਮ ਰੇਡੀਓ ਦਾ ਜਿੱਦਾਂ ਵੀ ਹੈਗਾ, ਜ਼ਿਆਦਾ ਵਿਊਅਰਸ਼ਿਪ ਚਾਹੀਦੀ ਆ, ਕੋਈ ਚੰਗੇ ਪ੍ਰੋਗਰਾਮ ਲਾਓ ਅਤੇ ਵਧਾਈ ਜਾਓ ਅਤੇ ਦੱਬ ਕੇ ਕਮਾਈ ਕਰੋ। ਕਿਉਂਕਿ ਜੇ ਤੁਸੀਂ ਦੂਸਰਿਆਂ ਦੇ ਪਰਿਵਾਰਾਂ ਬਾਰੇ ਗੱਲ ਕਰਦੇ ਆ, ਤੁਹਾਡੇ ਘਰਾਂ 'ਚ ਆਪ ਖੁਦ ਪ੍ਰੋਬਲਮ ਆ,
ਸਾਨੂੰ ਵੀ ਪਤਾ ਤੁਹਾਡੀਆਂ ਪ੍ਰੋਬਲਮਸ, ਮੈਂ ਵੀ ਕਹਿ ਸਕਦਾ ਹਾਂ, ਪਰ ਮੈਂ ਤੁਹਾਨੂੰ ਡਿਸਰਿਸਪੈਕਟ ਨਹੀਂ ਕਰਨੀ, ਮੈਂ ਰਿਸਪੈਕਟ ਕਰਦਾ ਹਾਂ, ਕਰਦਾ ਰਹੂੰਗਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਬਹੁਤਾ ਧੰਨਵਾਦ। ਤੁਸੀਂ ਇਹ ਵੀਡੀਓ ਦੇਖੀ ਅਤੇ ਮੈਂ ਆਸ ਕਰਦਾ ਕਿ ਇਹ ਤੋਂ ਕੁਛ ਤੁਹਾਨੂੰ ਸਿੱਖਣ ਨੂੰ ਮਿਲੂਗਾ ਅਤੇ ਤੁਸੀਂ ਸਹੀ ਫੈਸਲੇ ਲੈ ਸਕੋਗੇ। ਅਤੇ ਇਹਦੇ ਨਾਲ ਜੋ ਵੀ ਜਿਨ੍ਹਾਂ ਨੇ ਵੀ ਵਧਾ ਚੜ੍ਹਾ ਕੇ ਗੱਲਾਂ ਕੀਤੀਆਂ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਗੁਰੂ ਮਹਾਰਾਜ ਉਹਨਾਂ ਨੂੰ ਵੀ ਭਲਾ ਕਰੇ ਜਿਨ੍ਹਾਂ ਨੇ ਇਹ ਸਭ ਕੁਛ ਕੀਤਾ। ਬਹੁਤ ਧੰਨਵਾਦ। ਹਰਜਿੰਦਰ ਧਨੋਆ, ਇੰਗਲੈਂਡ ਤੋਂ, ਪਿੰਡ ਅਤੇ ਪੰਜਾਬ ਤੋਂ, ਕਿਉਂਕਿ ਮੈਂ ਦੋਨੀ ਪਾਸੇ ਹੀ ਰਹਿੰਦਾ ਹਾਂ। ਆਪ ਜੀ ਦਾ ਸਭ ਦਾ ਬਹੁਤ ਧੰਨਵਾਦ ਕਰਦਾ। ਥੈਂਕ ਯੂ।